Good morning, students. How are you? There is a brief introduction of me. My name is Bharat और मैं सिख्यार्थी हाँ डाइट फिरोजपुर दा and I want to thank our mentor Mrs. Rajni Jagaman डाइट लेक्चरर ਫਿਰੋਜ਼ਪੁਰ। तो चलो बच्चों शुरू करते हैं। ਅੱਜ ਆਪਾਂ ਪੜਾਂਗੇ 5ਵੀਂ ਕਲਾਸ ਅੰਗਰੇਜ਼ੀ ਦੀ ਪੁਸਤਕ ਦਾ ਚੈਪਟਰ ਦੂਜਾ। ਹੈਲੋ ਸਟੂਡੈਂਟਸ, ਮੇਰਾ ਨਾਮ ਭਰਤ ਹੈ ਤੇ ਮੈਂ ਡਾਈਟ ਦਾ ਸਟੂਡੈਂਟ ਹਾਂ ਤੇ ਆਪਣਾ ਹੁਣ ਸੈਕੰਡ ਚੈਪਟਰ ਹੈ ਇੰਗਲਿਸ਼ ਦਾ, ਜੋ ਕਿ ਹੈ 2 ਫਰੋਗਸ 2 ਡੱਡੂ। ਆ ਦੇਖੋ ਮੈਂ ਤੁਹਾਨੂੰ ਦਿਖਾ ਦਿੰਦਾ, ਆਹ 2 ਡੱਡੂ ਨੇ, ਇਹ ਆਪਸ 'ਚ ਮੀਆਂ ਬੀਬੀ ਨੇ। ਆਪਾਂ ਨੂੰ ਨਹੀਂ ਪਤਾ ਮੀਆਂ ਕੌਣ ਹੈ ਬੀਬੀ ਕੌਣ ਹੈ। ਨਹਾ ਧੋ ਕੇ ਆਪਾਂ ਇੱਥੇ ਬਾਤੇ ਨੇ। ਤੇ ਚਲੋ ਆਪਾਂ ਪੜ੍ਹਦੇ ਹਾਂ ਕਿ ਆਪਾਂ ਇਸ ਲੈਸਨ ਵਿੱਚ ਕੀ ਕੁਛ ਜਾਣਨਾ। ਸਭ ਤੋਂ ਪਹਿਲੀ ਚੀਜ਼ਾਂ 2-3 ਚੀਜ਼ਾਂ ਜਿਨ੍ਹਾਂ ਵੱਲ ਤੁਸੀਂ ਧਿਆਨ ਦੇਣਾ ਹੈ। ਉਹ ਪਹਿਲੀ ਚੀਜ਼ ਹੈ ਜੀ ਕਲੀਨਲੀਨੈਸ, ਸਾਫ਼ ਸਫਾਈ ਰੱਖਣੀ। ਠੀਕ ਹੈ ਜੀ, ਜਿਵੇਂ ਕਿ ਹਰ ਬੱਚੇ ਨੂੰ ਸਵੇਰੇ ਉੱਠ ਕੇ ਨਹਾਉਣਾ ਧੋਣਾ ਚਾਹੀਦਾ ਹੈ, ਸਾਫ਼ ਸੁਥਰੇ ਕੱਪੜੇ ਪਾਉਣੇ ਚਾਹੀਦੇ ਆ। ਨਾਲੇ ਅੱਜ ਕੱਲ੍ਹ ਆ ਕਰੋਨਾ ਦੀ ਬਿਮਾਰੀ ਕਰਕੇ ਸਾਰਿਆਂ ਨੂੰ ਆਪਣੇ ਮੂੰਹ ਅਤੇ ਹੱਥਾਂ ਨੂੰ ਢੱਕ ਕੇ ਰੱਖਣਾ ਚਾਹੀਦਾ। ਠੀਕ ਹੈ, ਪਰਸਨਲ ਹਾਈਜੀਨ ਦਾ ਵੀ ਇਹੀ ਮਤਲਬ ਹੁੰਦਾ ਹੈ ਕਿ ਆਪਣੀ ਸਾਫ਼ ਸਫਾਈ ਰੱਖਣੀ। ਜਿੱਥੇ ਤੁਸੀਂ ਬੈਠੇ ਹੋ ਉੱਠੇ ਹੋ ਉੱਥੇ ਗੰਦ ਨਹੀਂ ਪਾਉਣਾ, ਵਧੀਆ ਤਰ੍ਹਾਂ ਵਾਲ ਵਾਹੁਣੇ ਹੈ। ਠੀਕ ਹੈ ਨਾ ਬੱਚਿਓ, ਸਾਫ਼ ਕੱਪੜੇ ਪਾਉਣੇ ਆ। ਇਹਨੂੰ ਕਹਿੰਦੇ ਨੇ ਪਰਸਨਲ ਹਾਈਜੀਨ। ਆਪਣੇ ਨਹੁੰ ਨਹੀਂ ਜ਼ਿਆਦਾ ਵਧਾਉਣੇ, ਕੱਟ ਕੇ ਰੱਖਣੇ ਆ, ਬਰੱਸ਼ ਕਰਨਾ ਹੈ, ਇਹਨੂੰ ਕਹਿੰਦੇ ਨੇ ਪਰਸਨਲ ਹਾਈਜੀਨ। ਤੀਜੀ ਗੱਲ ਹੈ ਜੀ ਜਿਸ ਚੀਜ਼ ਵੱਲ ਆਪਾਂ ਧਿਆਨ ਦੇਣਾ ਉਹ ਇਹ ਹੈ ਜੀ ਇਲ ਇਫੈਕਟਸ ਆਫ ਓਪਨ ਡੈਫੀਕੇਸ਼ਨ। ਠੀਕ ਹੈ ਜੀ, ਓਪਨ ਡੈਫੀਕੇਸ਼ਨ ਦਾ ਮਤਲਬ ਇਹ ਹੁੰਦਾ ਖੁੱਲ੍ਹੇ 'ਚ ਜਾ ਕੇ ਟੋਇਲਟ ਕਰਨੀ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬੜਾ ਹੀ ਸਰਕਾਰ ਨੇ ਬੜੀ ਮੁਹਿੰਮ ਚਲਾਈ ਕਿ ਹਰ ਬੰਦੇ ਦੇ ਘਰੇ ਕੋਈ ਫਲੱਸ਼ ਦਾ ਨਿਰਮਾਣ ਹੋ ਜਾਏ, ਕੋਈ ਟੋਇਲਟ ਬਣ ਜਾਏ। ਪਰ ਕਈ ਵੀ ਅੱਜ ਢੀਠ ਲੋਕ ਨੇ ਜਿਹੜੇ ਪਟਰੀਆਂ 'ਤੇ ਜਾ ਕੇ ਗੰਦ ਪਾਇਆ ਹੁੰਦਾ ਉਹਨਾਂ ਨਾਲ। ਓਪਨ ਡੈਫੀਕੇਸ਼ਨ ਦਾ ਮਤਲਬ ਹੁੰਦਾ ਖੁੱਲ੍ਹੇ 'ਚ ਮਲ ਤਿਆ। ਠੀਕ ਹੈ ਬੱਚਿਓ, ਹੁਣ ਜਿਹੜੇ ਆਪਾਂ ਅਗਲੇ ਸ਼ਬਦ ਸਿੱਖਣੇ ਹੈ, ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ, ਜਿਨ੍ਹਾਂ ਨੂੰ ਕਹਿੰਦੇ ਨੇ ਨਿਊ ਵਰਡਸ। ਠੀਕ ਹੈ ਬੱਚਿਓ, ਆਓ ਆਪਾਂ ਇਹਨਾਂ ਨਿਊ ਵਰਡਸ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾ ਵਰਡ ਹੈ ਜੀ ਇਰੀਟੇਟਿਡ। ਇਰੀਟੇਟਿਡ ਦਾ ਇਹ ਮਤਲਬ ਹੁੰਦਾ ਹੈ ਜਿਹੜਾ ਬੰਦਾ ਖਿਝਿਆ ਹੋਵੇ। ਠੀਕ ਹੈ ਜੀ, ਅਤੇ ਇਰੀਟੇਟ ਕਰਨ ਦਾ ਮਤਲਬ ਹੁੰਦਾ ਕਿਸੇ ਨੂੰ ਤੰਗ ਕਰਨਾ। ਠੀਕ ਹੈ ਬੱਚਿਓ, ਅਗਲਾ ਸ਼ਬਦ ਹੈ ਜੀ ਆਪਣਾ ਐਡਵਾਂਸਮੈਂਟ। ਇਹਦਾ ਮਤਲਬ ਹੁੰਦਾ ਤਰੱਕੀ। ਤੁਸੀਂ ਕਹਿੰਦੇ ਹੋ ਨਾ ਕਿ ਆਪਣੀ ਸ਼ਹਿਰ ਦੀਆਂ ਸੜਕਾਂ ਬਣ ਗਈਆਂ, ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਗਈਆਂ। ਦਾ ਮਤਲਬ ਕੀ ਹੈ ਕਿ ਆਪਣੇ ਸ਼ਹਿਰ ਦੀ ਐਡਵਾਂਸਮੈਂਟ ਹੋ ਗਈ। ਕਿਵੇਂ ਬੋਲਣਾ ਜੀ ਇਹਨੂੰ? ਐਡਵਾਂਸਮੈਂਟ, ਯਾਨੀ ਕਿ ਤਰੱਕੀ ਹੋ ਗਈ। ਕੰਸਟਰਕਟਿਡ ਮਤਲਬ ਬਣਿਆ ਹੋਇਆ। ਤੁਸੀਂ ਸੁਣਿਆ ਹੋਏਗਾ ਨਾ ਕਿ ਯਾਰ ਉੱਧਰ ਨਾ ਜਾਓ, ਕੰਸਟਰਕਸ਼ਨ ਹੁੰਦੀ ਵੀ ਹੈ, ਲੈਂਟਰ ਪੈਂਦਾ ਹੋਇਆ, ਧਿਆਨ ਨਾਲ। ਅਤੇ ਕੰਸਟਰਕਟਿਡ ਦੇ ਸ਼ਬਦ ਦਾ ਮਤਲਬ ਹੁੰਦਾ ਜਿਹੜੀ ਚੀਜ਼ ਬਣ ਗਈ ਹੋਵੇ। ਅਗਲਾ ਹੈ ਜੀ ਔਡਰ। ਔਡਰ ਦਾ ਮਤਲਬ ਹੁੰਦਾ ਸਮੈਲ। ਹਾਲੇ ਕਿ ਆਪਣਾ ਕਿ ਇਹਦੇ ਕਈ ਮਤਲਬ ਨੇ, ਪਰ ਜਿਹੜਾ ਆਪਣੇ ਚੈਪਟਰ ਦੇ ਵਿੱਚ ਮਤਲਬ ਹੋਏਗਾ ਜੀ ਮੁਸ਼ਕ, ਬਦਬੂ। ਠੀਕ ਹੈ ਜੀ, ਅਗਲਾ ਸ਼ਬਦ ਹੈ ਜੀ ਗਰੰਬਲਡ। ਕੀ ਹੈ ਜੀ? ਗਰੰਬਲਡ। ਗਰੰਬਲ ਦਾ ਮਤਲਬ ਹੁੰਦਾ ਮੂੰਹ 'ਚ ਬੜਬੜਾਉਣਾ। ਮੰਨ ਲਓ ਤੁਹਾਡੀ ਮੰਮੀ ਨੇ ਹਾਲੇ ਹੁਣੇ ਬਿਸਤਰਾ ਐਨ ਸੈੱਟ ਕੀਤਾ, ਚਾਦਰ ਵਿਛਾਈ, ਤੁਸੀਂ ਜਾਣਦੇ ਗਏ ਹੋ, ਛਾਲਾਂ ਮਾਰੀਆਂ, ਸਾਰੀ ਡੰਡ ਲਾ ਤੀ। ਉਹਨੂੰ ਤੁਹਾਡੀ ਮੰਮੀ ਮੂੰਹ 'ਚ ਬੜਬੜ ਕਰਦੀ ਹੈਗੀ, ਅਕਲ ਮੌਤ ਹੀ ਨਹੀਂ ਹੈਗੀ, ਪਤਾ ਨਹੀਂ ਪਾਗਲ ਬੱਚੇ ਨੇ। ਠੀਕ ਹੈ ਜੀ, ਗਰੰਬਲਡ। ਕੀ ਪੜ੍ਹਨਾ ਇਹਨੂੰ? ਗਰੰਬਲਡ। ਠੀਕ ਹੈ, ਇਹਦਾ ਮਤਲਬ ਕੀ ਹੈ ਜੀ? ਬੜਬੜਾਉਣਾ। ਡੈਫੀਕੇਟ। ਡੈਫੀਕੇਟ ਦਾ ਮਤਲਬ ਹੁੰਦਾ ਮਲ ਤਿਆਗ। ਆਪਾਂ ਇੱਥੇ ਪੜ੍ਹਿਆ ਨਾ ਉਹਨੇ ਓਪਨ ਡੈਫੀਕੇਸ਼ਨ ਵਿੱਚ। ਓਪਨ ਦਾ ਮਤਲਬ ਹੈ ਖੁੱਲ੍ਹੇ 'ਚ, ਡੈਫੀਕੇਟ ਦਾ ਮਤਲਬ ਹੈ ਮਲ ਤਿਆਗ ਕਰਨਾ। ਉਦੋਂ ਬਾਅਦ ਸ਼ਬਦ ਹੈ ਜੀ ਇਗਨੋਰੈਂਟ। ਇਹਨੂੰ ਧਿਆਨ ਨਾਲ ਪੜ੍ਹਨਾ ਹੈ। ਇਗਨੋ ਇਕੱਠਾ ਪੜ੍ਹਨਾ, ਰੈਂਟ ਅਲੱਗ ਪੜ੍ਹਨਾ। ਇਹ ਨਹੀਂ ਬੋਲਣਾ ਕਿਸੇ ਨੇ ਕਿ ਨਾ ਟੋਇਆ ਲਾਂਘਾ ਜਾਤਾ ਹੈ ਨਾ ਟਾਪਾ ਜਾਤਾ ਹੈ। ਠੀਕ ਹੈ ਨਾ ਬੱਚੋ, ਇਹ ਗਲਤੀਆਂ ਨਹੀਂ ਕਰਨੀਆਂ। ਤੁਸੀਂ ਸਾਰੇ ਬੜੇ ਹੀ ਹੁਸ਼ਿਆਰ ਬੱਚੇ ਹੋ, ਮੈਨੂੰ ਬੜਾ ਉਮੀਦ ਹੈ ਤੁਹਾਡੇ ਸਾਰਿਆਂ ਤੋਂ। ਠੀਕ ਹੈ ਬੱਚਿਓ, ਅਤੇ ਸ਼ਬਦ ਨੂੰ ਕਿਵੇਂ ਪੜ੍ਹਨਾ ਹੈ? ਇਗਨੋਰੈਂਟ। ਇਗਨੋਰੈਂਟ। ਠੀਕ ਹੈ, ਇਗਨੋਰੈਂਟ ਉਹ ਬੰਦਾ ਹੁੰਦਾ ਹੈ ਜਿਹੜਾ ਕਿ ਹਲੇ ਨਿਆਣੀ ਮੱਤ ਦਾ ਹੈ, ਉਹਨੂੰ ਕੋਈ ਅਕਲ ਨਹੀਂ ਹੈਗੀ, ਹਜੇ ਵੀ ਸਕੂਲ 'ਚ ਆਉਂਦਾ, ਗੰਦ ਪਾਈ ਜਾਂਦਾ, ਕਾਗਜ਼ ਪੜ੍ਹ ਥੱਲੇ ਸਿੱਟੀ ਜਾਂਦਾ। ਠੀਕ ਹੈ ਜੀ, ਅਨਾੜੀ ਬੰਦਾ। ਠੀਕ ਹੈ, ਆਪਣਾ ਅਗਲਾ ਸ਼ਬਦ ਹੈ ਜੀ ਲੀਟਰ। ਕੀ ਹੈ ਜੀ? ਲੀਟਰ। ਮੇਰੇ ਨਾਲ ਬੋਲੋ, ਲੀਟਰ। ਲੀਟਰ ਸ਼ਬਦ ਦਾ ਮਤਲਬ ਹੈ ਗੰਦ ਪਾਉਣਾ। ਠੀਕ ਹੈ ਜੀ, ਚਲੋ ਆਪਾਂ ਅੱਗੇ ਵੱਧਦੇ ਹਾਂ। ਅੱਗੇ ਹੈ ਜੀ ਜਿਹੜੀ ਆਪਣੀ ਮੇਨ ਦੀ ਚੀਜ਼ ਹੈ। ਮੈਂ ਤੁਹਾਡੇ ਤੋਂ ਕੁਛ ਪ੍ਰਸ਼ਨ ਪੁੱਛਾਂਗਾ, ਤੁਸੀਂ ਸਾਰਿਆਂ ਨੇ ਮੈਨੂੰ ਜਵਾਬ ਦੇਣੇ। ਆਪਣਾ ਪਹਿਲਾ ਪ੍ਰਸ਼ਨ ਹੈ ਜੀ ਵੇਅਰ ਸ਼ੁੱਡ ਯੂ ਥਰੋ ਗਾਰਬੇਜ। ਵੇਅਰ ਕਿੱਥੇ, ਸ਼ੁੱਡ ਯੂ ਤੁਸੀਂ, ਥਰੋ ਦਾ ਮਤਲਬ ਆਪਾਂ ਕਹਿੰਦੇ ਕ੍ਰਿਕਟ ਵਿੱਚ ਥਰੋ ਮਾਰ ਯਾਰ,
मतलब सुੱਟਣਾ, ਗਾਰਬੇਜ ਦਾ ਮਤਲਬ ਹੁੰਦਾ ਕੂੜਾ। ਸੋ ਦੱਸੋ ਸਾਰੇ, ਤੁਸੀਂ ਘਰ ਦਾ ਕੂੜਾ ਕਿੱਥੇ ਸਿੱਟਦੇ ਹੋ? ਸਾਰੇ ਕਹਿਣਗੇ ਜੀ ਮਾਸਟਰ ਜੀ ਆ ਇਹੋ ਜਿਹਾ ਕਿ ਡਸਟਬਿਨ ਹੁੰਦਾ ਹੈ, ਅਸੀਂ ਉਹਦੇ 'ਚ ਸਿੱਟਦੇ ਹਾਂ। ਬੜੀ ਵਧੀਆ ਗੱਲ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਡੂ ਯੂ ਯੂਜ਼ ਟੋਇਲਟਸ? ਟੋਇਲਟਸ ਦਾ ਮਤਲਬ ਸਾਰਿਆਂ ਨੂੰ ਪਤਾ ਹੈ, ਜਿਹਨੂੰ ਆਪਾਂ ਸਧਾਰਨ ਭਾਸ਼ਾ 'ਚ ਕਹੀਏ ਫਲੱਸ਼। ਡੂ ਯੂ ਯੂਜ਼ ਟੋਇਲਟ ਦਾ ਮਤਲਬ ਹੈ ਕੀ ਤੁਸੀਂ ਫਲੱਸ਼ ਵਰਤਦੇ ਹੋ ਨਾ, ਫਲੱਸ਼ 'ਚ ਜਾ ਕੇ ਕਰਦੇ ਹੋ ਨਾ ਮਲ ਤਿਆਗ। ਅਤੇ ਹਾਂਜੀ, ਸਾਰੇ ਹੀ ਹੁਣ ਫਲੱਸ਼ 'ਚ ਜਾ ਕੇ ਮਲ ਤਿਆਗ ਕਰਦੇ ਨੇ। ਅਗਲਾ ਪ੍ਰਸ਼ਨ ਹੈ, ਹੈਵ ਯੂ ਹਰਡ ਐਨੀਥਿੰਗ ਅਬਾਊਟ ਓਪਨ ਡੈਫੀਕੇਸ਼ਨ? ਅਤੇ ਸਾਰਿਆਂ ਨੂੰ ਪਤਾ ਹੀ ਹੈ ਜੀ ਕਿ ਕੋਈ ਨਾ ਕੋਈ ਮਹੱਲੇ 'ਚ ਇੱਕ ਦੋ ਬੰਦੇ ਇਹੋ ਜਿਹੇ ਢੀਠ ਹੁੰਦੇ ਨੇ ਜਿਹੜੇ ਨਹੀਂ ਹਟਦੇ। ਵੈਸੇ ਤਾਂ ਬਹੁਤ ਇਲਾਕਿਆਂ 'ਚ ਹੋਣਾ ਬੰਦ ਹੋ ਗਿਆ, ਪਰ ਅਜੇ ਵੀ ਕਈ ਪਿਛੜੇ ਇਲਾਕਿਆਂ 'ਚ ਲੋਕ ਬਾਹਰ ਜਾ ਕੇ ਖੁੱਲ੍ਹੇ 'ਚ ਮਲ ਤਿਆਗ ਕਰਦੇ ਨੇ। ਠੀਕ ਆ ਬੱਚਿਓ, ਚਲੋ ਆਪਾਂ ਅੱਗੇ ਵੱਧਦੇ ਹਾਂ। ਆਪਣਾ ਲੈਸਨ ਪਹਿਲੀ ਗੱਲ ਆ ਹੈਗਾ ਜੀ, 2 ਡੱਡੂ। ਡੱਡੂਆਂ ਦੀ ਇੰਗਲਿਸ਼ ਹੁੰਦੀ ਹੈ ਫਰੋਗ। ਠੀਕ ਹੈ, ਸੋ ਆ ਆਪਣੀ ਪਹਿਲੀ ਲਾਈਨ ਹੈ, ਫਰੋਗ ਪਾਲਾ। ਠੀਕ ਹੈ ਜੀ, ਫਰੋਗ ਪਾਲਾ ਐਂਡ ਹਿਜ਼ ਵਾਈਫ ਬੀਰੋ। ਫਰੋਗ ਪਾਲਾ, ਪਾਲਾ ਬੰਦਾ, ਹਿਜ਼ ਵਾਈਫ ਬੀਰੋ, ਉਹਦੀ ਵਹੁਟੀ ਦਾ ਨਾਮ ਬੀਰੋ ਹੈ। ਲਿਵਡ ਰਹਿੰਦੇ ਨੇ, ਨੀਅਰ ਨੇੜੇ, ਦਾ ਪੌਂਡ ਇਨ ਅ ਵਿਲੇਜ। ਪੌਂਡ ਦਾ ਮਤਲਬ ਹੈ ਛੱਪੜ, ਜੋ ਕਿ ਇੱਕ ਪਿੰਡ ਦੇ ਵਿੱਚ ਹੈ। ਕਹਿਣ ਦਾ ਮਤਲਬ ਕੀ ਹੈ, ਇਹ 2 ਡੱਡੂ ਨੇ, ਇੱਕ ਦਾ ਨਾਮ ਪਾਲਾ, ਦੂਜਾ ਉਹਦੀ ਵਹੁਟੀ ਹੈ ਬੀਰੋ। ਉਹ ਰਹਿੰਦੇ ਨੇ ਇੱਕ ਛੱਪੜ ਦੇ ਨੇੜੇ, ਅਤੇ ਉਹ ਛੱਪੜ ਕਿੱਥੇ ਹੈ? ਇੱਕ ਪਿੰਡ ਦੇ ਵਿੱਚ। ਠੀਕ ਹੈ ਜੀ, ਚਲੋ ਅੱਗੇ ਵੱਧਦੇ ਹਾਂ। ਏ ਫਿਊ ਈਅਰਸ ਬੈਕ, ਕੁਛ ਸਾਲ ਪਹਿਲਾਂ। ਏ ਫਿਊ ਮਤਲਬ ਕੁਛ, ਈਅਰਸ ਮਤਲਬ ਸਾਲ, ਬੈਕ ਮਤਲਬ ਇੱਥੇ ਪਹਿਲਾਂ। There were many trees around the pond. ਉਸ ਛੱਪੜ ਦੇ ਨੇੜੇ, ਪੌਂਡ ਦਾ ਮਤਲਬ ਮੈਂ ਤੁਹਾਨੂੰ ਹੁਣੇ ਸਮਝਾਇਆ ਨਾ ਛੱਪੜ। There were ਉੱਥੇ, many trees, trees ਤੁਹਾਨੂੰ ਪਤਾ ਨਾ ਪੇੜ, many ਮਤਲਬ ਬਹੁਤ ਸਾਰੇ, around ਦਾ ਪੌਂਡ ਮਤਲਬ ਪੌਂਡ ਦੇ ਆਲੇ ਦੁਆਲੇ, ਛੱਪੜ ਦੇ ਆਲੇ ਦੁਆਲੇ। ਤੁਸੀਂ ਆ ਵੇਖ ਸਕਦੇ ਹੋ, ਜਿਵੇਂ ਆਹ ਕੋਈ ਛੱਪੜ ਆ ਨੇੜੇ ਤੇੜੇ, ਉਦੋਂ ਕਹਿੰਦਾ ਪਹਿਲੇ ਇੱਥੇ ਬੜੇ ਸਾਰੇ ਵ੍ਰਿਕਸ਼ ਹੁੰਦੇ ਸੀ, ਉਹਦੇ ਕਹਿਣ ਦਾ ਇਹ ਮਤਲਬ। ਠੀਕ ਹੈ ਬੱਚੇ, ਅਗਲਾ ਹੈ ਜੀ, ਇਟ ਵਾਜ਼ ਏ ਕੂਲ ਐਂਡ ਕਾਮ ਪਲੇਸ ਟੂ ਲਿਵ ਇਨ। ਇਹ ਬੜੀ ਹੀ ਵਧੀਆ, ਠੰਡੀ ਅਤੇ ਸ਼ਾਂਤ ਜਗ੍ਹਾ ਸੀ। ਕਾਲਮ ਦਾ ਮਤਲਬ ਹੁੰਦਾ ਕਾਮ, ਇਹਨੂੰ ਕਾਮ ਪੜ੍ਹਦੇ CALM, ਕਾਮ। ਪਲੇਸ ਜਗ੍ਹਾ, ਅਤੇ ਟੂ ਲਿਵ ਇਨ ਰਹਿਣ ਵਾਸਤੇ। ਕੂਲ ਮਤਲਬ ਠੰਡੀ ਸ਼ਾਂਤ ਜਗ੍ਹਾ ਸੀ ਰਹਿਣ ਵਾਸਤੇ। ਬਟ ਨਾਓ ਦੇਅਰ ਵਰ ਮੈਨੀ ਟਾਲ ਬਿਲਡਿੰਗਸ ਵਿਦ ਗ੍ਰੇਟ ਹਸਲ ਐਂਡ ਬਸਲ ਅਰਾਊਂਡ ਦਾ ਪੌਂਡ। ਇਹਨੂੰ ਤੋੜ ਕੇ ਪੜ੍ਹਦੇ। ਬਟ ਨਾਓ ਹੁਣ, ਅੱਜ ਕੱਲ੍ਹ, ਦੇਅਰ ਵਰ ਮੈਨੀ ਟਾਲ ਬਿਲਡਿੰਗਸ, ਅੱਜ ਕੱਲ੍ਹ ਉੱਥੇ ਬੜੀਆਂ ਉੱਚੀਆਂ ਇਮਾਰਤਾਂ ਨੇ। ਜਿਵੇਂ ਕਿ ਆਹ ਦੇਖੋ, ਤੁਸੀਂ ਆਹ ਦੇਖ ਹੀ ਰਹੇ ਹੋ, ਆਹ 2 ਡੱਡੂ ਬੈਠੇ ਨੇ, ਆਹ ਮਗਰ ਉਹ ਘਰ ਜਿਹਾ ਬਣਿਆ ਹੋਇਆ। ਠੀਕ ਹੈ ਨਾ, ਆਹ ਵੇਖੋ ਪਿੱਛੇ ਨੀਲੀ ਜਿਹੀ ਡੱਬਿਆਂ ਵਾਲੀ ਬਿਲਡਿੰਗ ਖੜੀ। ਠੀਕ ਹੈ ਨਾ ਬੱਚਿਓ, ਕਹਿੰਦਾ ਹੁਣ ਅੱਜ ਕੱਲ੍ਹ ਕੀ, ਕਹਿੰਦਾ ਹੁਣ ਅੱਜ ਕੱਲ੍ਹ ਉੱਥੇ ਬੜੀਆਂ ਉੱਚੀਆਂ ਬਿਲਡਿੰਗਾਂ ਨੇ, ਅਤੇ ਹੁਣ ਕਹਿੰਦਾ ਉੱਥੇ ਬੜੀ ਚੈਂ ਪੈ ਵੇਖੋ, ਗ੍ਰੇਟ ਹਸਲ ਐਂਡ ਬਸਲ, ਸਾਰੀ ਦਿਹਾੜੀ ਰੌਲਾ ਪਾਇਆ ਹੋਇਆ, ਕੋਈ ਸ਼ਾਂਤੀ ਨਹੀਂ ਹੈਗੀ ਇੱਥੇ। ਔਰ ਅਗਲੀ ਲਾਈਨ 'ਚ ਉਹਨੇ ਕਿਹਾ, ਇਟ ਵਾਜ਼ ਨੋ ਲੋਂਗਰ ਕੂਲ ਐਂਡ ਕਾਮ। ਉਹਨੇ ਜਗ੍ਹਾ ਨਾ ਹੀ ਠੰਡੀ ਰਹੀ ਹੈ, ਨਾ ਸ਼ਾਂਤ ਰਹੀ, ਸਾਰੀ ਦਿਹਾੜੀ ਚੈਂ ਪੈ ਲਾਈ ਹੋਈ ਲੋਕਾਂ। ਠੀਕ ਹੈ ਜੀ, ਅੱਗੇ ਵੱਧਦੇ ਹਾਂ। ਕਹਿੰਦਾ ਪਾਲਾ ਵਾਜ਼ ਹੈਪੀ ਵਿਦ ਦਾ ਫਾਸਟ ਮੂਵਿੰਗ ਲਾਈਫ ਅਰਾਊਂਡ ਦਾ ਪੌਂਡ। ਕਹਿੰਦਾ ਜਿਹੜਾ ਪਾਲਾ ਡੱਡੂ ਹੈ, ਜਿਹੜਾ ਉਹਦਾ ਘਰ ਵਾਲਾ ਮੇਨ ਪਾਲਾ, ਕਹਿੰਦਾ ਉਹਨੂੰ ਬੜਾ ਮਜ਼ਾ ਆਉਂਦਾ, ਬੜਾ ਖੁਸ਼ ਸੀਗਾ ਇੱਥੇ ਰਹਿ ਕੇ। ਹੈਪੀ ਦਾ ਮਤਲਬ ਹੁੰਦਾ ਖੁਸ਼। ਵਿਦ ਫਾਸਟ ਮੂਵਿੰਗ ਲਾਈਫ, ਫਾਸਟ ਮੂਵਿੰਗ ਲਾਈਫ ਦਾ ਤੇਜ਼ ਚੱਲਣ ਵਾਲੀ ਜ਼ਿੰਦਗੀ, ਜਿਹੜੀ ਕਿ ਉਹਦੇ ਪੂਲ ਦੇ ਆਲੇ ਦੁਆਲੇ, ਤੁਹਾਨੂੰ ਪਤਾ ਹੈ ਹੁਣ ਨਵੀਆਂ ਬਿਲਡਿੰਗਾਂ ਬਣਦੀਆਂ, ਲੋਕਾਂ ਨੂੰ ਸਾਹ ਤਾਂ ਆਉਂਦਾ ਨਹੀਂ, ਭੱਜੇ ਆਉਂਦੇ ਨੇ, ਭੱਜੇ ਜਾਂਦੇ ਨੇ। ਉਹ ਇੱਥੇ ਰਹਿ ਕੇ ਬੜਾ ਖੁਸ਼ ਸੀਗਾ। ਪਰ, ਬਟ ਦਾ ਮਤਲਬ ਹੁੰਦਾ ਪਰ ਜਾਂ ਪਰੰਤੂ। ਬੀਰੋ ਕੌਣ ਸੀ? ਪਾਲੇ ਦੀ ਘਰ ਵਾਲੀ। ਠੀਕ ਹੈ, ਡੱਡੂਣੀ, ਵੈਸੇ ਡੱਡੂਣੀ ਨਹੀਂ ਹੁੰਦਾ, ਡੱਡੂ ਦੀ ਘਰ ਵਾਲੀ। ਠੀਕ ਹੈ, ਬੀਰੋ ਵਾਜ਼ ਇਰੀਟੇਟਿਡ। ਆਪਾਂ ਪੜ੍ਹ ਕੇ ਆਏ ਸੀ ਸ਼ਬਦ ਇਰੀਟੇਟਿਡ ਦਾ ਮਤਲਬ ਮੈਂ ਤੁਹਾਨੂੰ ਕੀ ਸਮਝਾਇਆ ਸੀ? ਖਿਜੀ ਹੋਈ। ਬੀਰੋ ਵਾਜ਼ ਇਰੀਟੇਟਿਡ, ਉਹ ਖਿਜੀ ਪਈ ਸੀ। ਵਿਦ ਦਾ ਲਿਟਰ ਨੀਅਰ ਦਾ ਪਾਊਂਡ। ਲਿਟਰ ਦਾ ਮੈਂ ਤੁਹਾਨੂੰ ਮਤਲਬ ਸਮਝਾਇਆ ਸੀ ਗੰਦ। ਹੁਣ ਤੁਹਾਨੂੰ ਪਤਾ ਵੱਡੀਆਂ ਬਿਲਡਿੰਗਾਂ ਦਾ ਆਲੇ ਦੁਆਲੇ ਲੋਕ ਖਾਧਾ ਪੀਤਾ ਉੱਥੇ ਗੰਦ ਸਿੱਟ ਦਿੰਦੇ ਨੇ, ਕਦੀ ਛਿਲਕੇ ਸਿੱਟ ਤੇ, ਲਿਫਾਫੇ ਸਿੱਟ ਤੇ। ਜਿਹੜੀ ਉਹਦੀ ਘਰ ਵਾਲੀ ਸੀ ਬੀਰੋ, ਸਾਫ਼ ਸਫਾਈ ਉਹਨੂੰ ਕਰਨੀ ਪੈਂਦੀ ਹੋਣੀ, ਉਹ ਵਿਚਾਰੀ ਦੁਖੀ ਸੀ, ਕਹਿੰਦੀ ਸਵੇਰ ਤੱਕ ਗੰਦ ਹੀ ਪਾਈ ਜਾਂਦੇ ਨੇ। ਠੀਕ ਹੈ ਬੱਚੇ, ਅੱਗੇ ਵੱਧਦੇ ਹਾਂ ਬੱਚੇ। ਅਗਲਾ ਹੈਗਾ, ਕਹਿੰਦਾ ਪਾਲਾ ਸੈਡ, ਪਾਲਾ ਬੋਲਿਆ, ਡੀਅਰ ਪਿਆਰੀ, ਲੁੱਕ ਐਟ ਦਾ ਬਿਲਡਿੰਗਸ। ਕਹਿੰਦਾ ਬਿਲਡਿੰਗਾਂ ਵੱਲ ਵੇਖ ਸੋਹਣੀਏ, ਹਾਊ ਟਾਲ ਦੇ ਆਰ, ਵੇਖੋ ਕਿੰਨੀਆਂ ਉੱਚੀਆਂ ਨੇ। ਠੀਕ ਹੈ ਬੱਚਿਓ, ਪਾਲਾ ਆਪਦੀ ਵਹੁਟੀ ਨੂੰ ਕਹਿੰਦਾ ਪਿਆਰੇ ਜਾਂ ਡੀਅਰ, ਮੇਰੀ ਪਿਆਰੀ,
ਲੁੱਕ ਐਟ ਦ ਬਿਲਡਿੰਗਸ, ਇਹਨਾਂ ਬਿਲਡਿੰਗਾਂ ਵੱਲ ਵੇਖ, ਹਾਊ ਟਾਲ ਦੇ ਆਰ, ਕਿੰਨੀਆਂ ਉੱਚੀਆਂ ਨੇ। ਆਵਰ ਵਿਲੇਜ ਇਜ਼ ਨਾਓ ਔਨ ਦਾ ਵੇ ਟੂ ਐਡਵਾਂਸਮੈਂਟ, ਕਹਿੰਦਾ ਜਿਹੜਾ ਆਪਣਾ ਪਿੰਡ ਹੈ ਆਵਰ ਵਿਲੇਜ, ਐਡਵਾਂਸਮੈਂਟ ਦਾ ਮਤਲਬ ਸਮਝਾਇਆ ਸੀ ਤਰੱਕੀ ਕਰਨਾ। ਜਾਂ ਠੀਕ ਹੈ ਨਾ ਬੱਚੇ, ਆਪਾਂ ਕਹਿੰਦੇ ਹਾਂ ਆਪਾਂ ਐਡਵਾਂਸ ਹੋ ਗਏ, ਆਪਾਂ ਤਰੱਕੀ ਕਰ ਲਈ। ਪਹਿਲੇ ਆਪਣੇ ਕੋਲ ਮੋਬਾਈਲ ਨਹੀਂ ਹੁੰਦੇ ਸੀ, ਹੁਣ ਹਰ ਬੱਚੇ ਕੋਲ ਮੋਬਾਈਲ ਹੈ, ਉਹਨੂੰ ਵਰਤਣਾ ਜਾਣਦਾ ਉਹ। ਠੀਕ ਹੈ, ਕਹਿੰਦਾ ਆਪਣਾ ਹੁਣ ਜਿਹੜਾ ਪਿੰਡ ਹੈ ਉਹ ਤਰੱਕੀ ਦੇ ਰਾਹ 'ਤੇ ਪੈ ਚੁੱਕਿਆ ਹੈ। ਚਲੋ ਜੀ ਅੱਗੇ ਚੱਲਦੇ ਹਾਂ। ਬੀਰੋ ਗਰੰਬਲਡ, ਗਰੰਬਲ ਦਾ ਮਤਲਬ ਕੀ ਸੀ, ਬੜਬੜਾਉਣਾ। ਬੀਰੋ ਮੂੰਹ 'ਚ ਕਹਿੰਦੀ ਹੈ ਐਡਵਾਂਸਮੈਂਟ, ਤੂੰ ਤਰੱਕੀ ਕਹਿੰਦਾ, ਡੋਂਟ ਯੂ ਰਿਅਲਾਈਜ਼ ਦੈਟ ਆਵਰ ਹੈਲਥ ਇਜ਼ ਐਟ ਸਟੇਕ, ਤੂੰ ਇਹਨੂੰ ਤਰੱਕੀ ਕਹਿੰਦਾ। ਇਹਨਾਂ ਲੋਕਾਂ ਨੇ ਇੰਨਾ ਗੰਦ ਪਾਤਾ, ਮੈਨੂੰ ਤਾਂ ਲੱਗਦਾ ਕਿ ਮੇਰਾ ਜਿਹੜਾ ਸਵਾਸਥ ਹੈ, ਮਤਲਬ ਮੇਰਾ ਜਿਹੜਾ ਜੀਵਨ ਹੈ ਉਹ ਸੰਕਟ 'ਚ ਹੈ। ਹੁਣ ਤੁਹਾਨੂੰ ਪਤਾ ਡੱਡੂਆਂ ਨੇ ਵਿਚਾਰਿਆਂ ਤਲਾਅ 'ਚ ਰਹਿਣਾ, ਅਤੇ ਲੋਕਾਂ ਨੇ ਤਲਾਅ 'ਚ ਗੰਦ ਪਾਉਣਾ ਸ਼ੁਰੂ ਕਰਤਾ। ਉੱਥੇ ਲਿਫਾਫੇ ਸੁੱਟੀ ਜਾਂਦੇ, ਕੂੜਾ ਕਚਰਾ ਬੋਤਲਾਂ ਸਿੱਟੀ ਜਾਂਦੇ। ਉਹ ਕਹਿੰਦੀ ਮੇਰਾ ਤਾਂ ਜੀਣਾ ਦੂਭਰ ਹੋ ਗਿਆ। ਠੀਕ ਹੈ ਬੱਚਿਓ, ਫਿਰ ਉਹ ਕਹਿੰਦੀ ਹੈ ਵਾਟ ਆਰ ਯੂ ਸੇਇੰਗ, ਸੋਰੀ ਉਹ ਨਹੀਂ ਕਹਿੰਦੀ, ਉਹਦਾ ਘਰ ਵਾਲਾ ਕਹਿੰਦਾ ਪਾਲਾ, ਆਸਕ ਦਾ ਮਤਲਬ ਹੁੰਦਾ ਪੁੱਛਦਾ, ਵਾਟ ਆਰ ਯੂ ਸੇਇੰਗ, ਤੂੰ ਕੀ ਕਹਿ ਰਹੀ ਹੈ। ਕਹਿੰਦਾ ਯੂ ਨੀਡ ਟੂ ਲੁੱਕ ਅਰਾਊਂਡ ਯੂ ਸੈਡ ਬੀਰੋ, ਬੀਰੋ ਕਹਿੰਦੀ ਹੈ ਤੂੰ ਆਪਦੇ ਆਲੇ ਦੁਆਲੇ ਵੇਖ, ਤੂੰ ਧਿਆਨ ਨਹੀਂ ਦਿੰਦਾ, ਤੂੰ ਸਿਰਫ ਤਰੱਕੀ ਵੱਲ ਹੀ ਧਿਆਨ ਲਾਇਆ ਹੋਇਆ ਹੈ। ਆਪਦੇ ਆਲੇ ਦੁਆਲੇ ਵੀ ਵੇਖ, ਤਰੱਕੀ ਤੋਂ ਇਲਾਵਾ ਉਹਨਾਂ ਨੇ ਗੰਦ 'ਚ ਬੜੀ ਤਰੱਕੀ ਕੀਤੀ, ਸਾਰੀ ਦਿਹਾੜੀ ਗੰਦ ਸੁੱਟਿਆ ਹੈ ਉੱਥੇ। ਠੀਕ ਹੈ, ਕਹਿੰਦਾ ਪੀਪਲ ਹੈਵ ਬਿਊਟੀਫੁਲ ਹੋਮਸ ਵਿਦ ਆਲ ਕਾਈਂਡਸ ਆਫ ਫੈਸਿਲਿਟੀਜ਼ ਦਾ ਮਤਲਬ ਹੁੰਦਾ ਸਹੂਲਤਾਵਾਂ, ਬਟ ਦੇ ਆਰ ਨੋਟ ਯੂਜ਼ਿੰਗ ਦੈਮ ਪ੍ਰੋਪਰਲੀ। ਠੀਕ ਹੈ, ਕਹਿਣਾ ਕੀ ਚਾਹੁੰਦੀ ਬੀਰੋ ਕਹਿੰਦੀ ਹੈ ਕਿ ਲੋਕਾਂ ਕੋਲ ਬੜੇ ਸੋਹਣੇ ਘਰ ਨੇ, ਬਿਊਟੀਫੁਲ ਹੋਮਸ ਦਾ ਮਤਲਬ ਹੁੰਦਾ ਘਰ, ਬਿਊਟੀਫੁਲ ਦਾ ਮਤਲਬ ਬਹੁਤ ਸੋਹਣੇ। ਲੋਕਾਂ ਦੇ ਘਰ ਬੜੇ ਸੋਹਣੇ ਨੇ, ਹਰ ਤਰ੍ਹਾਂ ਦੀਆਂ ਸਹੂਲਤਾਵਾਂ ਨੇ ਉੱਥੇ, ਪਰ ਕੀ ਕਹਿੰਦਾ ਦੇ ਆਰ ਨੋਟ ਯੂਜ਼ਿੰਗ ਦੈਮ ਪ੍ਰੋਪਰਲੀ, ਪਰ ਉਹ ਇਸ ਦਾ ਸਹੀ ਢੰਗ ਨਾਲ ਵਰਤੋਂ ਨਹੀਂ ਕਰ ਰਹੇ। ਠੀਕ ਹੈ ਬੱਚਿਓ, ਅੱਗੇ ਚੱਲਦੇ ਹਾਂ। ਪਾਲਾ ਪੁੱਛਦਾ ਹੈ, ਪਾਲਾ ਆ ਗਿਆ ਨਾ, ਆਸਕਡ, ਪਾਲਾ ਪੁੱਛਦਾ ਹੈ ਵਾਟ ਡੂ ਯੂ ਵਾਂਟ ਟੂ ਸੇ, ਉਹ ਕੀ ਕਹਿਣਾ ਚਾਹੁੰਦੀ ਹੈ ਤੂੰ, ਆਪਾਂ ਪੰਜਾਬੀ 'ਚ ਕਹਿੰਦੇ ਹਾਂ ਨਾ। ਪਾਲਾ ਉਹਨੂੰ ਪੁੱਛਦਾ ਨਹੀਂ ਬੀਰੋ, ਵਾਟ ਡੂ ਯੂ ਵਾਂਟ ਟੂ ਸੇ, ਕੀ ਕਹਿਣਾ ਚਾਹੁੰਦੀ ਹੈ। ਬੀਰੋ ਰਿਸਪੋਂਡਡ, ਬੀਰੋ ਕਹਿੰਦੀ ਹੈ ਦੇ ਆਰ ਨੋਟ ਯੂਜ਼ਿੰਗ ਦੇਅਰ ਟੋਇਲਟਸ, ਟੋਇਲਟਸ ਦਾ ਮਤਲਬ ਮੈਂ ਤੁਹਾਨੂੰ ਸੁਣਾਇਆ ਸੀ ਫਲੱਸ਼ਾਂ, ਇਹ ਜਿੱਥੇ ਆਪਾਂ ਮਲ ਤਿਆਗ ਕਰਦੇ ਹਾਂ। ਬੀਰੋ ਕਹਿੰਦੀ ਹੈ ਕਿ ਜਿਹੜੇ ਆ ਲੋਕੀ ਇੱਥੇ ਰਹਿ ਰਹੇ ਨੇ ਉਹ ਆਪਣੇ ਟੋਇਲਟ ਯੂਜ਼ ਨਹੀਂ ਕਰਦੇ, ਉਹ ਛੱਪੜ ਦੇ ਕੰਢੇ ਆ ਕੇ ਮਲ ਤਿਆਗ ਕਰਦੇ ਨੇ, ਅਤੇ ਬੜਾ ਹੀ ਬੁਰਾ ਹਾਲ ਕਰਦਾ। ਛੱਪੜ 'ਚ ਰਹਿਣਾ ਦੂਭਰ ਹੋ ਗਿਆ, ਮੱਛੀਆਂ ਮਰਨ ਲੱਗ ਗਈਆਂ, ਪਾਣੀ ਬੋ ਮਾਰ ਗਿਆ। ਵਾਟ ਐਕਸਕਲੇਮਡ ਪਾਲਾ, ਪਾਲਾ ਬੜਾ ਆਸ਼ਚर्य ਨਾਲ ਕਹਿੰਦਾ ਹੈ, ਇੱਥੇ ਇਸ ਵਟ ਦਾ ਮਤਲਬ ਹੈ। ਬੀਰੋ ਕੰਟੀਨਿਊਡ, ਬੀਰੋ ਜਾਰੀ ਰੱਖਦੀ ਬੋਲਣਾ, ਕਹਿੰਦੀ ਹੈ ਦੇ ਡੈਫੀਕੇਟ ਇਨ ਓਪਨ ਨੀਅਰ ਮਾਈ ਹੋਮ। ਬੀਰੋ ਕਹਿੰਦੀ ਹੈ ਇਹ ਸਾਰੇ ਲੋਕੀ ਮੇਰੇ ਘਰ ਦੇ ਆਲੇ ਦੁਆਲੇ ਆ ਕੇ ਖੁੱਲ੍ਹੇ 'ਚ ਸ਼ੌਚ ਕਰਦੇ ਨੇ। ਹੁਣ ਇੱਕ ਗੱਲ ਦੱਸੋ ਸਾਰੇ, ਬੀਰੋ ਦਾ ਘਰ ਕਿੱਥੇ ਸੀ? ਤੁਸੀਂ ਕਹੋਗੇ ਬੀਰੋ ਦਾ ਘਰ ਸੀ ਪੌਂਡ, ਛੱਪੜ 'ਚ ਰਹਿੰਦਾ ਸੀ ਨਾ। ਤੁਸੀਂ ਕਹਿਣਾ ਇਹ ਚਾਹੁੰਦੀ ਕਿ ਉਸ ਪਿੰਡ ਦੇ ਲੋਕੀ ਭਾਵੇਂ ਉਹਨਾਂ ਦੇ ਘਰ ਸੋਹਣੇ ਨੇ, ਬਿਲਡਿੰਗਾਂ ਬਣ ਗਏ, ਤਰੱਕੀ ਕਰ ਗਏ ਨੇ, ਪਰ ਉਹ ਸਾਰੇ ਬੇਵਕੂਫ ਅੱਜ ਵੀ ਛੱਪੜ ਦੇ ਕੰਢੇ ਆ ਕੇ ਹੀ ਮਲ ਤਿਆਗ ਕਰਦੇ ਨੇ। This place stinks and I am fed of this unpleasant odor। ਕਹਿੰਦੀ ਇਹ ਜਗ੍ਹਾ ਬੜੀ ਹੀ ਗੰਦੀ ਹੈ, ਬੜੀ ਹੀ ਹੁਣ ਚਿਪਚਿਪੀ ਹੋ ਚੁੱਕੀ ਹੈ, ਇੰਨਾ ਗੰਦ ਪੈ ਚੁੱਕਾ ਹੈ। I am fed up with this unpleasant odor। odor ਦਾ ਮਤਲਬ ਸੀ ਕਿਸੇ ਚੀਜ਼ ਦੀ ਖੁਸ਼ਬੂ, ਪਰ ਜਦੋਂ ਇੱਥੇ ਆ ਗਿਆ unpleasant, ਉਹਦਾ ਮਤਲਬ ਹੋ ਗਿਆ ਬਦਬੂ, ਮੁਸ਼ਕ। ਠੀਕ ਹੈ ਜੀ, ਉਹ ਕਹਿੰਦੀ ਮੈਂ ਇਸ ਜਗ੍ਹਾ ਤੋਂ ਤੰਗ ਆ ਗਈ, ਇਸ ਜਗ੍ਹਾ 'ਚੋਂ ਮੈਨੂੰ ਬੜੀ ਬੋ ਆਉਂਦੀ ਜੇ। ਦੇ ਆਰ ਨੋਟ ਈਵਨ ਅਫਰੇਡ ਆਫ ਦ ਡੇਂਜਰ ਦੇ ਆਰ ਗੋਇੰਗ ਟੂ ਫੇਸ। ਬੀਰੋ ਕਹਿੰਦੀ ਹੈ ਕਿ ਇਹਨਾਂ ਨੂੰ ਕੋਈ ਖਿਆਲ ਨਹੀਂ ਕਿ ਇਹ ਕਿਹੜੇ ਖਤਰੇ ਨੂੰ ਹੁਣ ਵੇਖਣਗੇ ਜਾਂ ਟੱਕਰਨਗੇ। ਠੀਕ ਹੈ, ਉਹਦਾ ਇਹ ਕਹਿਣ ਦਾ ਮਤਲਬ ਹੈ ਕਿ ਮੰਨ ਲਓ ਹੁਣ ਉਹ ਵਿਲੇਜ ਹੈ, ਉੱਥੇ ਪੀਣ ਦਾ ਪਾਣੀ ਤਾਂ ਐਸੇ ਛੱਪੜ 'ਚੋਂ ਆਉਂਦਾ ਹੋਣਾ ਨਾ, ਕਈ ਪਿੰਡਾਂ 'ਚ ਪੀਣ ਦਾ ਪਾਣੀ ਛੱਪੜ 'ਚੋਂ ਆਉਂਦਾ। ਉਹ ਕਹਿੰਦੀ ਇਹਨਾਂ ਨੂੰ ਬੇਵਕੂਫਾਂ ਨੂੰ ਗੱਲ ਨਹੀਂ ਸਮਝ ਨਹੀਂ ਆਉਂਦੀ, ਇਸੇ ਪੀਣ ਵਾਲੇ ਪਾਣੀ ਨੂੰ ਤੁਸੀਂ ਬਰਬਾਦ ਕਰੀ ਜਾਂਦੇ ਜੇ, ਕੱਲ੍ਹ ਨੂੰ ਪੀਓਗੇ ਕਿੱਥੋਂ? ਮੇਰੀ ਗੱਲ ਸਮਝੀ ਬੱਚਿਓ? ਠੀਕ ਹੈ, ਪਾਲਾ ਕਹਿੰਦਾ ਵਾਟ ਕਾਈਂਡ ਆਫ ਡੇਂਜਰ? ਬੀਰੋ ਸੈਡ, ਇਹਨੂੰ ਡੇਂਜਰ ਹੀ ਪੜ੍ਹਨਾ ਸਾਰਿਆਂ ਨੇ। ਡੇਂਜਰ ਦਾ ਮਤਲਬ ਹੈ ਖਤਰਾ। ਠੀਕ ਹੈ, ਖਤਰਾ। ਪਾਲਾ ਕਹਿੰਦਾ ਕਿਸ ਤਰ੍ਹਾਂ ਦੇ ਖਤਰੇ ਦੀ ਗੱਲ ਕਰ ਰਹੀ ਹੈ ਬੀਰੋ?
ਵੀਰੋ ਕਹਿੰਦੀ ਹੈ ਬਿਮਾਰੀਆਂ, ਦੇਖੋ ਆਪਾਂ ਇਹ ਗੱਲ ਪਿੱਛੇ ਭੁੱਲ ਗਏ ਸੀ ਬਿਮਾਰੀਆਂ ਵਾਲੀ। ਜਦੋਂ ਕੋਈ ਬੰਦਾ ਖੁੱਲ੍ਹੇ 'ਚ ਸ਼ੌਚ ਕਰਦਾ, ਉੱਥੇ ਆ ਕੇ ਬਹਿਣਗੀਆਂ ਮੱਖੀਆਂ। ਉਹ ਮੱਖੀਆਂ ਉੱਡ ਕੇ ਆਪਣੇ ਘਰ 'ਚ ਆਉਣਗੀਆਂ ਅਤੇ ਬਿਮਾਰੀ ਫੈਲਾਉਣਗੀਆਂ। ਹੋਰ ਤਾਂ ਹੋਰ ਕੀ ਹੋਏਗਾ, ਉਹ ਜਿਸ ਜਗ੍ਹਾ 'ਤੇ ਉਹਨੇ ਮਲ ਤਿਆਗ ਕੀਤਾ ਉੱਥੋਂ ਉੱਡੇਗੀ ਬਦਬੂ ਕਈ ਬਿਮਾਰੀਆਂ ਨੂੰ ਲੈ ਕੇ ਆਏਗੀ। ਜਦੋਂ ਹਵਾ ਚੱਲੇਗੀ ਆਪਣੇ ਘਰਾਂ 'ਚੋਂ ਬਦਬੂ ਆਏਗੀ, ਉਹ ਬਿਮਾਰੀ ਫੈਲੇਗੀ। ਸਮਝੇ ਗੱਲ? ਹਾਊ ਕੈਨ ਵੀ ਫੋਰਗੋਟ the two children of our village who died of diarrhea and infection? ਡਾਇਰੀਆ ਹੁੰਦਾ ਟੱਟੀਆਂ, ਇਨਫੈਕਸ਼ਨ ਨਾਲ ਕਹਿੰਦਾ ਤੂੰ ਇਹ ਗੱਲ ਕਿਵੇਂ ਭੁੱਲ ਗਿਆ? ਇਹ ਕਹਿਣਾ ਇਹ ਚਾਹੁੰਦੀ ਮੈਂ ਤੁਹਾਨੂੰ ਦੁਬਾਰਾ ਸਮਝਾਉਣਾ। ਜਿਹੜੀ ਬੀਰੋ ਹੈ ਉਹ ਕਹਿੰਦੀ ਯਾਰ ਤੂੰ ਇਹ ਕਿਵੇਂ ਭੁੱਲ ਗਿਆ? ਪਾਲੇ ਨੂੰ ਕਹਿੰਦੀ ਕਿ ਪਾਲਾ ਜੀ ਤੁਸੀਂ ਇਹ ਕਿਵੇਂ ਭੁੱਲ ਗਏ? 2 ਬੱਚੇ 2 ਚਿਲਡਰਨ ਆਪਣੇ ਪਿੰਡ ਦੇ who died of diarrhea and infection, ਜਿਹੜੇ ਕਿ ਟੱਟੀਆਂ ਅਤੇ ਇਨਫੈਕਸ਼ਨ ਨਾਲ ਉਹਨਾਂ ਦੀ ਡੈਥ ਹੋ ਗਈ ਸੀ। ਉਹ ਕਿਉਂ ਹੋਈ ਸੀ? ਕਿਉਂਕਿ ਬੀਰੋ ਇਹੀ ਸਮਝਾਉਣਾ ਚਾਹੁੰਦੀ ਪਾਲੇ ਨੂੰ ਕਿ ਜਿਹੜਾ ਇਹਨਾਂ ਨੇ ਖੁੱਲ੍ਹੇ 'ਚ ਸ਼ੌਚ ਕਰ ਕਰਕੇ, ਓਪਨ ਡੈਫੀਕੇਸ਼ਨ ਕਰ ਕਰਕੇ ਗੰਦ ਪਾਇਆ, ਉਸੇ ਕਾਰਨ ਬਿਮਾਰੀਆਂ ਫੈਲੀਆਂ, ਤਾਂ ਉਸੇ ਕਾਰਨ ਇਹਨਾਂ ਦੋਵਾਂ ਬੱਚਿਆਂ ਦੀ ਮੌਤ ਹੋਈ ਹੈ। ਮੈਨੂੰ ਲੱਗਦਾ ਹੁਣ ਸਾਰਿਆਂ ਨੂੰ ਗੱਲ ਕਲੀਅਰ ਹੋ ਗਈ ਹੋਏਗੀ। ਠੀਕ ਹੈ ਬੱਚਿਓ, ਆਪਾਂ ਅਗਲੀ ਲਾਈਨ ਬਾਅਦ ਅੱਗੇ ਵੱਧਦੇ ਹਾਂ। ਉਹ ਕਹਿੰਦਾ ਹੈ ਹੁਣ ਕਿ ਐਟਲੀਸਟ, ਇੱਕ ਮਿੰਟ ਬੱਚਿਓ, at least I can't, I am surprised. At least I can't, I am surprised. How can man be so ignorant? ਆਪਾਂ ignorant ਸ਼ਬਦ ਉੱਤੋਂ ਪੜ੍ਹ ਕੇ ਆਏ ਸੀ, ਜਿਹਨੂੰ ਕੋਈ ਲੈਣਾ ਦੇਣਾ ਨਹੀਂ, ਐਵੇਂ ਨਿਆਣੀ ਮੱਤ ਦਾ। ਕਹਿੰਦਾ ਕਿ ਹਾਲੇ ਕਿ ਮਾਨਵ ਦਾ ਵਿਕਾਸ ਇੰਨਾ ਹੋ ਗਿਆ ਪਰ ਇਹ ਹਜੇ ਵੀ ਇੰਨਾ ਇਗਨੋਰੈਂਟ ਹੈ, ਇਹਨੂੰ ਕੋਈ ਪਰਵਾਹ ਨਹੀਂ ਹੈ ਕੀ ਕਰੀ ਜਾਂਦਾ। ਆਇਆ ਸਰਪ੍ਰਾਈਜ਼ ਤੋਂ ਇਹ ਮਤਲਬ ਹੈ, ਕਹਿੰਦਾ ਮੈਂ ਬੜਾ ਹੀ ਚੁੱਕ ਗਿਆ ਕਿ ਇਹ ਕੀ ਕਰਦਾ ਬੰਦਾ। ਡੱਡੂ ਗੱਲ ਕਰ ਰਹੇ ਨੇ ਆਪਾਂ। ਡੱਡੂ ਕਹਿੰਦਾ ਮੈਂ ਬੜਾ ਹੈਰਾਨ ਹੋ ਗਿਆ ਕਿ ਲੋਕਾਂ ਨੂੰ ਇੰਨੀ ਵੀ ਸਮਝ ਨਹੀਂ ਹੈਗੀ ਅਬਾਊਟ ਗੁੱਡ ਹਾਈਜੀਨ ਪ੍ਰੈਕਟਿਸਿਸ। ਅਬਾਊਟ ਦਾ ਮਤਲਬ ਹੁੰਦਾ ਹੈ ਬਾਰੇ, ਗੁੱਡ ਹਾਈਜੀਨ ਪ੍ਰੈਕਟਿਸਿਸ ਮਤਲਬ ਚੰਗੀ ਸਾਫ ਸਫਾਈ ਦੀ ਆਦਤਾਂ ਬਾਰੇ ਬੰਦਿਆਂ ਨੂੰ ਕੋਈ ਅਕਲ ਨਹੀਂ ਹੈਗੀ। ਹੁਣ ਮੈਨੂੰ ਇੱਕ ਗੱਲ ਦੱਸੋ, ਤੁਸੀਂ ਸਾਰਿਆਂ ਨੂੰ ਅਕਲ ਹੈਗੀ ਹੈ ਨਾ ਕਿ ਸਵੇਰੇ ਉੱਠ ਕੇ ਨਹਾਉਣਾ ਧੋਣਾ, ਸਾਰਿਆਂ ਨੇ ਚੰਗੀ ਤਰ੍ਹਾਂ ਸਾਬਣ ਮਾਰਨਾ, ਵਾਲ ਵਾਹਣੇ ਨੇ, ਨਹੁੰ ਨਹੀਂ ਵਧਾਉਣੇ, ਗੰਦ ਨਹੀਂ ਪਾਉਣਾ, ਸਾਫ ਸੁਥਰੇ ਕੱਪੜੇ ਪਾਉਣੇ ਨੇ। ਕਹਿੰਦਾ ਬੰਦੇ ਨੂੰ ਅਕਲ ਹੀ ਨਹੀਂ ਹੈਗੀ ਯਾਰ, ਇਹ ਤਾਂ ਖੁੱਲ੍ਹੇ ਜਾ ਕੇ ਫਲੈਸ਼ ਕਰ ਦਿੰਦੇ ਨੇ। ਬੀਰੋ ਫਿਰ ਗੱਲ ਕਰੀ ਜਾਂਦੀ। ਬੀਰੋ ਕਹਿੰਦੀ ਸ਼ੀ ਕੰਟੀਨਿਊ, ਬੀਰੋ ਬੋਲੀ ਆਈ ਹੈਵ ਡਿਸਾਈਡਡ ਆਈ ਵਿਲ ਨਾਟ ਟੋਲਰੇਟ ਇਨ ਐਨੀ। ਬੀਰੋ ਕਹਿੰਦੀ ਮੈਂ ਹੁਣ ਇਹ ਪੱਕਾ ਨਿਸ਼ਚੈ ਕਰ ਲਿਆ। ਡਿਸਾਈਡ ਦਾ ਮਤਲਬ ਹੁੰਦਾ ਸੋਚ ਲਿਆ, ਨਿਸ਼ਚੈ ਕਰ ਲਿਆ ਕਿ ਆਈ ਵਿਲ ਨਾਟ ਟੋਲਰੇਟ ਇਟ ਐਨੀ ਮੋਰ, ਕਿ ਮੈਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰਾਂਗੀ। ਟੋਲਰੇਟ ਦਾ ਮਤਲਬ ਹੁੰਦਾ ਬਰਦਾਸ਼ਤ ਕਰ। ਉਹ ਵਿਚਾਰੀ ਉੱਥੇ ਰਹਿ ਕੇ ਤੰਗ ਆ ਗਈ, ਹੁਣ ਉਹਨੂੰ ਇੰਨਾ ਮੁਸ਼ਕਿਲ ਹੁੰਦਾ, ਉਹ ਕਹਿੰਦੀ ਹੁਣ ਨਹੀਂ ਮੈਂ ਸਹਿ ਸਕਦੀ। ਪਾਲਾ ਪੁੱਛ ਰਿਹਾ ਹੈ, ਆਸਕਡ ਪਾਲਾ ਵਟ ਵਿਲ ਯੂ ਡੂ, ਤੂੰ ਕੀ ਕਰ ਸਕਦੀ, ਕੀ ਕਰੇਂਗੀ ਤੂੰ? ਪਾਲਾ ਕਹਿੰਦਾ ਵੇਖਦੇ ਹਾਂ ਕੀ ਕਹਿੰਦੀ ਉਹ। ਬੀਰੋ ਅਨਾਊਂਸਡ ਆਈ ਵਿਲ ਸਪਰੈਡ ਅਵੇਅਰਨੈਸ ਅਮੰਗ ਦਾ ਪੀਪਲ। ਬੀਰੋ ਕਹਿੰਦੀ ਹੈ, ਬੀਰੋ ਘੋਸ਼ਣਾ ਕਰਦੀ। ਅਨਾਊਂਸ ਦਾ ਮਤਲਬ ਹੁੰਦਾ ਘੋਸ਼ਣਾ ਕਰਨਾ। ਠੀਕ ਹੈ ਬੱਚਿਓ, ਘੋਸ਼ਣਾ ਕਰਨਾ। ਆਈ ਵਿਲ ਸਪਰੈਡ, ਮੈਂ ਫੈਲਾਵਾਂਗੀ। ਕੀ ਫੈਲਾਵਾਂਗੀ? ਅਵੇਅਰਨੈਸ। ਅਵੇਅਰਨੈਸ ਦਾ ਮਤਲਬ ਹੁੰਦਾ ਜਾਗਰੂਕਤਾ। ਲੋਕਾਂ ਨੂੰ ਦੱਸਾਂਗੀ ਉਹਦੇ ਬਾਰੇ। ਅਮੰਗ ਦਾ ਪੀਪਲ, ਲੋਕਾਂ ਨੂੰ ਦੱਸਾਂਗੀ। ਅਬਾਊਟ, ਬਾਰੇ। ਦਾ ਯੂਜ਼ ਆਫ ਟੋਇਲਟ, ਫਲਸ਼ਾਂ ਦੀ ਵਰਤੋਂ ਬਾਰੇ। ਐਂਡ ਦਾ ਐਡਵਾਂਟੇਜਿਸ ਆਫ ਕੀਪਿੰਗ ਦੇਅਰ ਹੋਮਸ ਐਂਡ ਸਰਾਊਂਡਿੰਗ ਕਲੀਨ ਐਂਡ ਹੈਲਦੀ। ਐਡਵਾਂਟੇਜਿਸ ਹੁੰਦਾ ਫਾਇਦੇ, ਮੈਂ ਉਹਨਾਂ ਨੂੰ ਫਲਸ਼ਾਂ ਦੀ ਵਰਤੋਂ ਬਾਰੇ ਵੀ ਦੱਸਾਂਗੀ ਅਤੇ ਫਾਇਦੇ ਦੱਸਾਂਗੀ। ਕੀਪਿੰਗ ਰੱਖਣਾ, ਦੇਅਰ ਹੋਮਸ ਐਂਡ ਸਰਾਊਂਡਿੰਗ ਆਪਣਾ ਘਰ, ਸਰਾਊਂਡਿੰਗ ਦਾ ਮਤਲਬ ਹੁੰਦਾ ਆਲਾ ਦੁਆਲਾ, ਆਪਣੇ ਘਰ ਅਤੇ ਆਲੇ ਦੁਆਲੇ ਨੂੰ ਕਲੀਨ ਐਂਡ ਹੈਲਦੀ, ਸਾਫ ਸੁਥਰਾ ਅਤੇ ਐਨ ਵਧੀਆ। ਠੀਕ ਹੈ ਜੀ, ਬੀਰੋ ਨੇ ਬੜੀ ਵਧੀਆ ਗੱਲ ਸੋਚੀ ਹੈ। ਬੀਰੋ ਕਹਿੰਦੀ ਪਹਿਲੀ ਗੱਲ ਤਾਂ ਮੈਂ ਲੋਕਾਂ ਨੂੰ ਸਮਝਾਵਾਂਗੀ ਵੀ ਫਲਸ਼ਾਂ ਦੀ ਵਰਤੋਂ ਕਰੋ, ਐਵੇਂ ਖੁੱਲ੍ਹੇ ਜਾ ਕੇ ਗੰਦ ਨਹੀਂ ਪਾਉਣਾ। ਦੂਜੀ ਗੱਲ ਕਹਿੰਦੀ ਮੈਂ ਉਹਨਾਂ ਨੂੰ ਦੱਸਾਂਗੀ ਤੁਸੀਂ ਸਾਫ ਸਫਾਈ ਰੱਖੋ। ਕੱਲ੍ਹ ਨੂੰ ਤੁਸੀਂ ਸਾਫ ਸਫਾਈ ਰੱਖੋਗੇ ਆਪਦੇ ਆਲੇ ਦੁਆਲੇ ਦੀ, ਤੁਹਾਨੂੰ ਹੀ ਚੰਗਾ ਲੱਗੇਗਾ। ਲੋਕ ਹੋਰ ਤੁਹਾਨੂੰ ਵੇਖਣੇ, ਲੋਕ ਕਹਿਣਗੇ ਪਿੰਡ ਤਾਂ ਸਾਡਾ ਹੁਣ ਸੋਹਣਾ ਹੀ ਬੜਾ ਹੋ ਗਿਆ, ਪਹਿਲੇ ਤਾਂ ਸਾਫ ਸੁਥਰਾ ਨਹੀਂ ਸੀ, ਪਹਿਲਾਂ ਤਾਂ ਗਲਤ ਤਰੱਕੀ ਸੀ, ਹੁਣ ਤਾਂ ਲੋਕ ਸਿਆਣੇ ਹੋ ਗਏ ਨੇ, ਸਾਫ ਸੁਥਰੇ ਰਹਿੰਦੇ ਨੇ। ਉਹਨੂੰ ਕਹਿੰਦੀ ਵਿਲ ਯੂ ਹੈਲਪ ਮੀ। ਉਹ ਪਾਲੇ ਨੂੰ ਕਹਿੰਦੀ ਕਿ ਤੂੰ ਮੇਰੀ ਮਦਦ ਕਰੇਂਗਾ। ਪਾਲਾ ਡਰਦਾ ਮਾਰਾ ਕਹਿੰਦਾ ਅਫਕੋਰਸ, ਵੋਟੀਆਂ ਤੋਂ ਸਾਰੇ ਹੀ ਡਰਦੇ, ਸਾਰਿਆਂ ਨੂੰ ਪਤਾ ਹੀ ਹੈ ਯਾਰ। ਪਾਲਾ ਕਹਿੰਦਾ ਅਫਕੋਰਸ।
ਕਹਿੰਦਾ a good deed needs no second thought no permission remarked ਪਾਲਾ। a good deed ਕਹਿੰਦਾ ਇੱਕ ਚੰਗੀ ਸੋਚ ਨੂੰ, ਨੀਡਸ ਦਾ ਮਤਲਬ ਹੁੰਦਾ ਲੋੜ, ਕਿਸੇ ਦੂਜੀ ਵਾਰੀ ਸੋਚਣ ਦੀ ਲੋੜ ਨਹੀਂ ਹੈ। ਜੋ ਤੂੰ ਇਹ ਗੱਲ ਕਹੀ ਹੈ ਮੈਂ ਤੇਰਾ ਸਾਥ ਪੱਕਾ ਦਾਂਗਾ, ਤੈਨੂੰ ਇਹਦੇ 'ਚ ਮੇਰੀ ਪਰਮਿਸ਼ਨ ਲੈਣ ਦੀ ਲੋੜ ਨਹੀਂ। ਕਹਿੰਦਾ ਨੋ ਪਰਮਿਸ਼ਨ, ਕਹਿੰਦਾ ਇਹਦੇ 'ਚ ਕੋਈ ਪਰਮਿਸ਼ਨ ਦੀ ਲੋੜ ਨਹੀਂ, ਤੂੰ ਜੋ ਕਰ ਰਹੀ ਮੈਂ ਉਹਦੇ 'ਚ ਤੇਰਾ ਸਾਥ ਪੂਰਾ ਦੇਵਾਂ। ਠੀਕ ਹੈ ਜੀ। ਹੁਣ ਅੱਗੇ ਕੀ ਹੈ ਆਪਣੀ ਲਾਸਟ ਲਾਈਨ ਹੈ ਜੀ ਚੈਪਟਰ ਦੀ। ਬੋਥ ਆਫ ਦੈਮ, ਉਹ ਦੋਵੇਂ ਵੈਰੀ ਹੈਪੀ, ਬੜੇ ਹੀ ਖੁਸ਼ ਨੇ, ਐਜ਼ ਦੇ ਹੈਡ ਫਾਊਂਡ ਦਾ ਸਲਿਊਸ਼ਨ ਟੂ ਅ ਡੈਡਲੀ ਪ੍ਰੋਬਲਮ। ਡੈਡਲੀ ਪ੍ਰੋਬਲਮ ਦਾ ਮਤਲਬ ਹੁੰਦਾ ਹੈ ਬੜੀ ਹੀ ਗੰਭੀਰ ਸਮੱਸਿਆ, ਬੜੀ ਗੰਭੀਰ ਸਮੱਸਿਆ। ਕਹਿੰਦੀ ਹੁਣ ਉਹ ਦੋਵੇਂ ਖੁਸ਼ ਨੇ। ਕਿਉਂ ਖੁਸ਼ ਨੇ? ਕਿਉਂਕਿ ਉਹਨਾਂ ਨੇ ਇਸ ਸਮੱਸਿਆ ਦਾ ਹੱਲ ਲੱਭ ਲਿਆ। ਸਲਿਊਸ਼ਨ ਦਾ ਮਤਲਬ ਹੁੰਦਾ ਹੱਲ, ਹੱਲ ਲੱਭਣਾ। ਉਹਨਾਂ ਨੇ ਸਮੱਸਿਆ ਦਾ ਹੱਲ ਲੱਭ ਲੈਣਾ। ਆਪਾਂ ਹੁਣ ਉੱਤੇ ਪੜ੍ਹਿਆ ਸਾਰਿਆਂ ਨੇ ਕਿ ਪਹਿਲੇ ਕਹਿੰਦੀ ਮੈਂ ਜਾਵਾਂਗੀ ਲੋਕਾਂ ਨੂੰ ਸਮਝਾਵਾਂਗੀ ਫਲੱਸ਼ਾਂ ਦੇ ਯੂਜ਼ ਬਾਰੇ, ਠੀਕ ਹੈ ਨਾ। ਹੁਣ ਆ ਜਾਂਦੀ ਆਪਣੀ ਗਲੋਸਰੀ। ਹਾਂਜੀ ਬੱਚਿਓ, ਆ ਗਈ ਗਲੋਸਰੀ ਆ ਗਈ। ਚਲੋ ਜੀ ਇਹਨੂੰ ਵੀ ਖ਼ਤਮ ਕਰਦੇ ਹਾਂ ਟਾਈਮ ਸਿਰ ਹੀ, ਫਿਰ ਤੁਹਾਨੂੰ ਸਾਰਿਆਂ ਨੂੰ ਥੋੜ੍ਹਾ ਜਿਹਾ ਸਾਹ ਵੀ ਪੈ ਜਾਏਗਾ ਜੀ। ਠੀਕ ਹੈ ਬੱਚਿਓ, ਸ਼ੁਰੂ ਕਰਦੇ ਹਾਂ। ਆਪਣਾ ਪਹਿਲਾ ਸ਼ਬਦ ਹੈ, ਸਾਰੇ ਮੈਨੂੰ ਦੱਸਣਗੇ ਇਰੀਟੇਟਡ। ਇਰੀਟੇਟਡ ਦਾ ਕੀ ਮਤਲਬ ਸੀ? ਖਿਜਿਆ ਹੋਇਆ। ਇਰੀਟੇਸ਼ਨ ਦਾ ਮਤਲਬ ਹੁੰਦਾ ਜਾਂ ਇਰੀਟੇਟ ਕਰਨ ਦਾ ਮਤਲਬ ਹੁੰਦਾ ਕਿਸੇ ਨੂੰ ਖਿਜਾਉਣਾ, ਜਿਹੜਾ ਕੋਈ ਪੰਗੇ ਲੈਂਦਾ। ਅਤੇ ਜਿਹੜਾ ਵਿਚਾਰਾ ਜਿਹਦੇ ਨਾਲ ਪੰਗੇ ਲੈਂਦਾ ਉਹ ਖਿੱਚ ਜਾਂਦਾ ਨਾ, ਉਹਨੂੰ ਕਹਿੰਦੇ ਨੇ ਇਰੀਟੇਟਡ। ਅਤੇ ਇਰੀਟੇਟਡ ਦਾ ਜਮਾ ਹੀ ਸੇਮ ਮੀਨਿੰਗ ਵਾਲਾ ਸ਼ਬਦ ਹੁੰਦਾ ਹੈ ਅਨੋਇਡ। ਅਨੋਇਡ ਦਾ ਮਤਲਬ ਹੁੰਦਾ ਤੰਗ ਹੋਇਆ ਹੋਇਆ ਬੰਦਾ, ਤੰਗ ਹੋਇਆ ਹੋਇਆ, ਜਿਹੜਾ ਤੰਗ ਹੋ ਚੁੱਕਿਆ ਹੋਣ ਨੂੰ ਖਿਜਿਆ ਪਿਆ। ਠੀਕ ਹੈ। ਆਪਣਾ ਅਗਲਾ ਸ਼ਬਦ ਹੈ ਜੀ ਲਿਟਰ। ਕੀ ਹੈ ਜੀ? ਲਿਟਰ। ਲਿਟਰ ਦਾ ਮੈਂ ਤੁਹਾਨੂੰ ਮਤਲਬ ਸਮਝਾਇਆ ਸੀ ਗੰਦ। ਠੀਕ ਹੈ। ਇਹ ਹੈ ਜੀ, ਇਹਦਾ ਜਮਾ ਸੇਮ ਮੀਨਿੰਗ ਹੈ ਰਬਿਸ਼। ਇਹਦਾ ਇੱਕ ਹੋਰ ਮੀਨਿੰਗ ਸਮਝ ਲਓ, ਗੰਦ ਆਪਾਂ ਕੂੜੇ ਨੂੰ ਵੀ ਕਹਿੰਦੇ ਹਾਂ। ਠੀਕ ਹੈ ਬੱਚਿਓ। ਅਗਲਾ ਸ਼ਬਦ ਹੈਗਾ ਆਪਣਾ ਐਡਵਾਂਸਮੈਂਟ। ਤੁਹਾਨੂੰ ਸਮਝਾ ਚੁੱਕਾ ਬੱਚਿਓ ਮੈਂ, ਐਡਵਾਂਸਮੈਂਟ ਦਾ ਮਤਲਬ ਕੀ ਸੀਗਾ? ਤਰੱਕੀ। ਆਪਾਂ ਐਡਵਾਂਸ ਹੋ ਗਏ ਹਾਂ ਸਾਰੇ। ਤਰੱਕੀ, ਤਰੱਕੀ ਦਾ ਇੰਗਲਿਸ਼ 'ਚ ਉਹਨੂੰ ਹੋਰ ਕੀ ਕਹਿੰਦੇ ਨੇ? ਗਰੋਥ। ਗਰੋਥ ਦਾ ਮਤਲਬ ਹੁੰਦਾ ਵਾਧਾ, ਅਤੇ ਤਰੱਕੀ ਵੀ ਵਾਧਾ ਹੀ ਹੁੰਦੀ ਹੈ। ਪ੍ਰੋਗਰੈਸ ਦਾ ਮਤਲਬ ਵੀ ਹੁੰਦਾ ਤਰੱਕੀ ਜਾਂ ਵਾਧਾ। ਅਗਲਾ ਸ਼ਬਦ ਹੈ ਕਰੰਬਲਡ। ਕੀ ਹੈ ਜੀ? ਕਰੰਬਲਡ। ਤੁਹਾਨੂੰ ਮੈਂ ਸਮਝਾ ਕੇ ਆਇਆ ਬੁੜ ਕਰਨੀ। ਅਤੇ ਉਹਨੇ ਇੱਕ ਹੋਰ ਕਿਹਾ, ਜਿਵੇਂ ਮੈਂ ਤੁਹਾਨੂੰ ਗੱਲ ਦੱਸਦਾ ਆਪਣੀ, ਜਿਵੇਂ ਉਹ ਵਹੁਟੀ ਉਹਦੇ ਤੋਂ ਤੰਗ ਆ ਚੁੱਕੀ ਸੀ। ਮੰਨ ਲਓ ਆਪਣੀ ਮੰਮੀ ਨੇ ਚਾਦਰ ਬਣਾਈ ਅਤੇ ਆਪਾਂ ਖ਼ਰਾਬ ਕਰਤੀ, ਅਤੇ ਉਹ ਗਰੰਬਲਡ ਕਰੇਗੀ। ਕੰਪਲੇਨ ਕਰਨਾ ਜਾਂ ਫਿਰ ਗੁੱਸਾ ਕਰਨਾ ਜਾਂ ਸ਼ਿਕਾਇਤ ਵਗੈਰਾ ਦੇ ਮੂੰਹ 'ਚ ਵੱਜ ਕੇ ਨਾ ਗੁੱਸੇ ਜਾ ਕੇ ਬੜਬੜ ਕਰੀ ਜਾਂਦਾ, ਉਹਨੂੰ ਕਹਿੰਦੇ ਨੇ ਕੰਪਲੇਂਟ। ਅਗਲਾ ਹੈ ਜੀ ਅਨਪਲੈਜ਼ੈਂਟ। ਗੰਦਾ, ਜਿਹੜਾ ਕਿ ਚੰਗਾ ਨਹੀਂ ਹੈਗਾ। ਨੋਟ ਗੁੱਡ ਆ ਗਿਆ ਨਾ, ਗੁੱਡ ਹੁੰਦਾ ਚੰਗਾ, ਨੋਟ ਗੁੱਡ ਮਤਲਬ ਗੰਦਾ, ਫਾਉਲ, ਭੈੜਾ, ਗੰਦਾ, ਗੰਦ। ਠੀਕ ਹੈ ਜੀ। ਅਗਲਾ ਹੈ ਜੀ ਡੈਫੀਕੇਟ, ਮਲ ਤਿਆਗ। ਐਕਸਕ੍ਰੀਟ, ਐਕਸਕ੍ਰੀਟ ਦਾ ਮਤਲਬ ਵੀ ਕੀ ਹੁੰਦਾ ਹੈ? ਮਲ ਤਿਆਗ। ਅਗਲਾ ਸ਼ਬਦ ਹੈ ਜੀ ਔਡਰ। ਕੀ ਹੈ ਜੀ? ਔਡਰ। ਇਹਨੂੰ ਇਹ ਪੜ੍ਹਨਾ ODDER, ਔਡਰ। ਠੀਕ ਹੈ। ਔਡਰ ਦਾ ਮਤਲਬ ਇਹਨਾਂ ਨੇ ਕੀ ਦੱਸਿਆ? ਮੁਸ਼ਕ, ਗੰਦੀ ਬਦਬੂ, ਗੰਦ। ਅਗਲਾ ਸ਼ਬਦ ਹੈ ਜੀ ਇਗਨੋਰੈਂਟ। ਕਿਵੇਂ ਪੜ੍ਹਨਾ ਇਹਨੂੰ? ਮੈਂ ਫਿਰ ਤੋਂ ਦੱਸ ਦਿੰਦਾ ਤੁਹਾਨੂੰ ਸਾਰਿਆਂ ਨੂੰ। ਇਗਨੋ, ਪਹਿਲੇ 4 ਸ਼ਬਦ ਇਕੱਠੇ ਪੜ੍ਹਨੇ ਜੇ, ਇਗਨੋ। ਅਗਲੇ 4 ਸ਼ਬਦ ਫਿਰ ਇਕੱਠੇ ਪੜ੍ਹਨੇ। ਇਗਨੋਰੈਂਟ, ਲੈਕਿੰਗ ਨੌਲੇਜ। ਨਿਆਣਾ, ਜਿਹਨੂੰ ਅਕਲ ਨਹੀਂ ਹੈਗੀ, ਉਹਨੂੰ ਕਹਿੰਦੇ ਨੇ ਇਗਨੋਰੈਂਟ। ਠੀਕ ਹੈ ਜੀ। ਨੌਲੇਜ ਦਾ ਮਤਲਬ ਹੁੰਦਾ ਹੈ ਅਕਲ। ਠੀਕ ਹੈ। ਸਿਆਣਪ। ਲੈਕਿੰਗ ਦਾ ਮਤਲਬ ਹੈ ਕਮੀ, ਜਿਹਦੇ 'ਚ ਸਿਆਣਪ ਦੀ ਕਮੀ ਹੋਵੇ ਉਹਨੂੰ ਕਹਿੰਦੇ ਨੇ ਇਗਨੋਰੈਂਟ। ਲੋ ਜੀ ਐਕਸਰਸਾਈਜ਼ ਆ ਗਈ। ਚਲੋ ਬੱਚਿਓ ਸਾਰੇ ਐਕਸਰਸਾਈਜ਼ ਕਰਿਆ ਕਰੋ। ਆਪਾਂ ਆਪਣੇ ਚੈਪਟਰ ਦੀ ਐਕਸਰਸਾਈਜ਼ ਪਹਿਲਾਂ ਕਰ ਲਈਏ ਬੱਚੇ। ਠੀਕ ਹੈ ਨਾ। ਕਹਿੰਦਾ ਹੂ ਲਿਵਡ ਨੀਅਰ ਦਾ ਪੌਂਡ। ਹੁਣ ਜੇ ਸਾਰੇ ਬੱਚਿਆਂ ਨੇ ਚੈਪਟਰ ਧਿਆਨ ਨਾਲ ਸੁਣਿਆ ਨਾ, ਤਾਂ ਸਾਰੇ ਬੱਚੇ ਇਸ ਚੀਜ਼ ਦਾ ਜਵਾਬ ਦੇ ਸਕਦੇ ਨੇ ਕਿਹੜੇ ਪੌਂਡ ਦੇ ਨੇੜੇ ਰਹਿੰਦੇ ਸੀ, ਕਿਹੜੇ ਛੱਪੜ ਦੇ ਨੇੜੇ ਰਹਿੰਦੇ ਸੀ। ਪਰ ਮੈਨੂੰ ਦੱਸੋ, ਤੁਸੀਂ ਕਹੋਗੇ ਜੀ ਪਹਿਲਾ ਫਰੋਗ ਪਾਲਾ, ਫਰੋਗ ਪਾਲਾ ਐਂਡ ਹਿਜ਼ ਵਾਈਫ। ਫਰੋਗ ਪਾਲਾ ਅਤੇ ਉਹਦੀ ਵਾਈਫ ਬੀਰੋ। ਠੀਕ ਹੈ। ਲਿਵਡ ਨੀਅਰ ਦਾ ਪੌਂਡ। ਬਾਕੀ ਤਾਂ ਲਾਈਨ ਸਾਰੀ ਕੁਐਸਚਨ 'ਚ ਹੀ ਹੈਗੀ ਹੈ। ਠੀਕ ਹੈ ਬੱਚਿਓ। ਆਪਣਾ ਚੈਪਟਰ ਸ਼ੁਰੂ ਹੀ ਇਸੇ ਲਾਈਨ ਤੋਂ ਹੋਇਆ ਸੀ। ਅਗਲਾ ਕੁਐਸਚਨ ਵੇਖਦੇ ਹਾਂ। ਅਗਲਾ ਕੁਐਸਚਨ ਹੈ ਜੀ ਵੇਅਰ ਵਰ ਦਾ ਟਾਲ ਬਿਲਡਿੰਗਸ। ਹੁਣ ਮੈਨੂੰ ਦੱਸੋ ਉੱਚੀਆਂ ਉੱਚੀਆਂ ਇਮਾਰਤਾਂ ਕਿੱਥੇ ਸੀ?
ਉੱਚੀਆਂ ਉੱਚੀਆਂ ਇਮਾਰਤਾਂ ਉਸ ਛੱਪੜ ਦੇ ਆਲੇ ਦੁਆਲੇ ਸੀਗੀਆਂ, ਬੀਰੋ ਦੇ ਘਰ ਦੇ ਆਲੇ ਦੁਆਲੇ। ਤੇ ਬੀਰੋ ਦਾ ਘਰ ਕਿਤੇ ਸੀ ਪੌਂਡ 'ਚ, ਛੱਪੜ 'ਚ। ਠੀਕ ਹੈ ਬੱਚਿਓ, POND, ਪੌਂਡ। ਪੌਂਡ ਦੇ ਨੀਅਰ ਸੀਗੀਆਂ ਟਾਲ ਬਿਲਡਿੰਗਸ। ਪੜ੍ਹ ਕੇ ਆਏ ਆਪਾਂ ਸਾਰੇ ਪਿੱਛੇ। ਅਗਲਾ ਸ਼ਬਦ, ਹੂ ਲਾਈਕਡ ਦਾ ਟਾਲ ਬਿਲਡਿੰਗਸ। ਕਿਹਨੂੰ ਉੱਚੀਆਂ ਬਿਲਡਿੰਗਾਂ ਪਸੰਦ ਸੀ? ਤੇ ਉੱਚੀਆਂ ਬਿਲਡਿੰਗਾਂ ਦੇ ਤਾਰੀਫ ਕੌਣ ਕਰਦਾ? ਵੈਸੇ ਸਾਰੇ ਕਹਿਣਗੇ ਜੀ ਪਾਲਾ। ਜਿਹੜਾ ਪਾਲਾ ਬੰਦਾ ਸੀ ਉਹਨੂੰ ਬੜੀ ਉੱਚੀਆਂ ਬਿਲਡਿੰਗਾਂ ਪਸੰਦ ਸੀ। ਕਹਿੰਦਾ ਵਟ ਵਾਜ਼ ਬੀਰੋ ਫੈਡ ਅਪ। ਬੀਰੋ ਕਿਸ ਚੀਜ਼ ਤੋਂ ਤੰਗ ਆ ਗਈ ਸੀ? ਬੀਰੋ ਜਿਹੜਾ ਬੰਦਿਆਂ ਨੇ ਆ ਕੇ ਉੱਥੇ ਗੰਦ ਪਾਉਣਾ ਸ਼ੁਰੂ ਕਰਤਾ ਸੀ ਨਾ, ਤੇ ਜਦੋਂ ਉਹਦੇ ਗੰਦ 'ਚੋਂ ਗੰਦੀ ਬਦਬੂ ਆਉਂਦੀ ਸੀ, ਉਸ ਚੀਜ਼ ਤੋਂ ਤੰਗ ਆ ਚੁੱਕੀ ਸੀ। ਠੀਕ ਹੈ ਬੱਚਿਓ, ਬੀਰੋ ਵਾਜ਼ ਫੈਡ ਅਪ ਆਫ ਦਾ ਲੀਟਰ, ਗੰਦ ਤੋਂ, ਐਂਡ ਅਨਪਲੇਜ਼ੈਂਟ ਆਰਡਰ, ਗੰਦੀ ਬਦਬੂ ਤੋਂ ਤੇ ਗੰਦ ਤੋਂ ਤੰਗ ਆ ਚੁੱਕੀ ਸੀ। ਠੀਕ ਹੈ, ਅਗਲਾ ਕੁਐਸਚਨ ਹੈ, ਵਾਟ ਡਿਡ ਬੀਰੋ ਡਿਸਾਈਡ ਐਟ ਦਾ ਐਂਡ। ਉਹਨੇ ਗੱਲ ਦੱਸੋ, ਬੀਰੋ ਨੇ ਕੀ ਸੋਚਿਆ ਸੀ? ਬੀਰੋ ਨੇ ਪਹਿਲੀ ਗੱਲ ਕਹੀ ਸੀ ਕਿ ਮੈਂ ਇਹਨਾਂ ਨੂੰ ਯੂਜ਼ ਆਫ ਟੋਇਲਟ, ਫਲਸ਼ਾਂ ਦੀ ਵਰਤੋਂ ਬਾਰੇ ਦੱਸਾਂਗੀ। ਦੂਜੀ ਗੱਲ, ਸਾਰਿਆਂ ਨੂੰ ਪਤਾ, ਬੋਲੋ ਬੋਲੋ ਬੋਲੋ, ਸ਼ਾਬਾਸ਼, ਹਾਂਜੀ, ਕਿ ਮੈਂ ਇਹਨਾਂ ਨੂੰ ਹਾਈਜੀਨ, ਸਾਫ ਸਫਾਈ, ਗੁੱਡ ਹਾਈਜੀਨ ਪ੍ਰੈਕਟਿਸ, ਅੱਛੀ ਸਾਫ ਸਫਾਈ ਕਰਨ ਦੀਆਂ ਆਦਤਾਂ ਬਾਰੇ ਅਵੇਅਰ ਕਰਾਂਗੀ। ਠੀਕ ਹੈ ਬੱਚਿਓ, ਤੁਹਾਡੇ ਸਾਰਿਆਂ ਕੋਲ ਕਿਤਾਬਾਂ ਹੈਗੀਆਂ, ਸਾਰਿਆਂ ਨੇ ਦੇ ਜਵਾਬ ਲਿਖ ਲੈਣੇ ਨੇ, ਮੈਂ ਇਕੱਲੇ ਇਕੱਲੇ ਦਾ ਜਵਾਬ ਦੱਸ ਰਿਹਾ। ਚਲੋ ਹੁਣ ਆਪਾਂ ਕਰਦੇ ਹਾਂ ਟਰੂ ਫਾਲਸ, ਸਹੀ ਤੇ ਗਲਤ। ਠੀਕ ਹੈ, ਵੈਸੇ ਟਰੂ ਐਂਡ ਫਾਲਸ ਹੁੰਦਾ ਜੀ, ਤੁਸੀਂ ਟਰੂ ਫਾਲਸ ਬਣਾ ਲਿਆ। ਚਲੋ ਕੋਈ ਗੱਲ ਨਹੀਂ। ਬੀਰੋ ਵਾਜ਼ ਹੈਪੀ ਟੂ ਸਾਰ ਬਿਲਡਿੰਗਸ। ਯਾਰ ਬੀਰੋ ਤਾਂ ਉਹਦੀ ਵਹੁਟੀ ਸੀ, ਖੁਸ਼ ਤਾਂ ਪਾਲਾ ਸੀ। ਤੇ ਇਹ ਕੀ ਗੱਲ ਹੋ ਗਈ? ਇਹ ਗੱਲ ਹੋ ਗਈ ਗਲਤ। ਜੇ ਇੱਥੇ ਲਿਖਿਆ ਹੁੰਦਾ ਪਾਲਾ ਖੁਸ਼ ਹੁੰਦਾ ਬਿਲਡਿੰਗ ਨੂੰ ਵੇਖ ਕੇ, ਫਿਰ ਪਾਲੇ ਵਾਲੀ ਗੱਲ ਸਹੀ ਸੀ, ਬੀਰੋ ਵਾਲੀ ਗਲਤ ਹੋ ਗਈ। ਦ ਪੂਲ ਵਾਜ਼ ਸਟਿਲ ਅ ਕੂਲ ਐਂਡ ਕਾਮ ਪਲੇਸ ਟੂ ਲਿਵ ਇਨ। ਸੌਰੀ, ਦੁਬਾਰਾ ਬੋਲਦਾ। ਦ ਪੂਲ, ਛੱਪੜ, ਵਾਜ਼ ਸਟਿਲ ਅ ਕੂਲ ਐਂਡ ਕਾਮ ਪਲੇਸ ਟੂ ਲਿਵ ਇਨ। ਕਹਿੰਦਾ ਹਜੇ ਵੀ ਉਸ ਛੱਪੜ ਦੇ ਕੋਲ ਰਹਿਣਾ ਸ਼ਾਂਤ ਸੀ, ਸੁਖੀ ਸੀਗਾ, ਠੰਡਾ ਸੀ। ਤੇ ਹੁਣ ਰਹਿਣਾ ਸੁਖੀ ਨਹੀਂ ਸੀਗਾ। ਪਹਿਲੇ ਕਹਿੰਦੀ ਸੀ ਬੀਰੋ ਕਿ ਪਹਿਲੇ ਜਦੋਂ ਅਸੀਂ ਆ ਕੇ ਇੱਥੇ ਰਹਿੰਦੇ ਸੀ, ਉਦੋਂ ਬੜੀ ਸ਼ਾਂਤ ਜਗ੍ਹਾ ਹੁੰਦੀ ਸੀ, ਹੁਣ ਤਾਂ ਲੋਕਾਂ ਨੇ ਤਾਂ ਗੰਦ ਪਾਤਾ। ਮੈਨ ਸਪੋਇਲਡ ਬੀਰੋਜ਼ ਹਾਊਸ। ਬੰਦਿਆਂ ਨੇ ਬੀਰੋ ਦਾ ਘਰ ਬਰਬਾਦ ਕਰਤਾ। ਤੇ ਇਹਦਾ ਜਵਾਬ ਬਿਲਕੁਲ ਸਹੀ ਹੈ ਜੀ, ਬੰਦਿਆਂ ਨੇ ਉੱਥੇ ਗੰਦ ਪਾਇਆ, ਬਾਹਰ ਆ ਕੇ ਖੁੱਲ੍ਹੇ 'ਚ ਆ ਕੇ ਪਿੰਡ ਛੱਪੜ ਦੇ ਨੇੜੇ ਮਲ ਤਿਆਗ ਕੀਤਾ, ਤੇ ਵਿਚਾਰੀ ਦਾ ਘਰ ਖਰਾਬ ਕਰਤਾ ਸਾਰਾ। ਪਾਲਾ ਐਂਡ ਬੀਰੋ ਲਿਵਡ ਇਨ ਅ ਸਿਟੀ। ਇਹ ਗੱਲ ਸਹੀ ਹੈ, ਉਹ ਸ਼ਹਿਰ 'ਚ ਰਹਿੰਦੇ ਸੀ? ਬਿਲਕੁਲ ਗਲਤ ਜੀ, ਉਹ ਵਿਲੇਜ 'ਚ ਰਹਿੰਦੇ ਸੀ। ਇਹ ਨਾ ਸਾਨੂੰ, ਅਸੀਂ ਤਾਂ ਹੁਸ਼ਿਆਰ ਹੀ ਬੜੇ ਆ। ਅਗਲਾ ਜੀ, ਅਗਲਾ ਪ੍ਰਸ਼ਨ, ਆਖਰੀ ਅੱਜ ਦਾ। ਪਾਲਾ ਐਂਡ ਬੀਰੋ ਲੈਫਟ ਦਾ ਪੌਂਡ। ਪਾਲਾ ਤੇ ਬੀਰੋ ਛੱਪੜ ਛੱਡ ਕੇ ਚਲੇ ਗਏ ਸੀ। ਉਹ ਕਮਲਿਆ, ਅਸੀਂ ਤਾਂ ਚੈਪਟਰ ਪੜ੍ਹ ਕੇ ਆਇਆ, ਤੇਰਾ ਜਵਾਬ ਗਲਤ ਹੀ। ਉਹਨਾਂ ਨੇ ਡਿਸਾਈਡ ਕੀਤਾ ਸੀ ਕਿ ਅਸੀਂ ਦੱਸਾਂਗੇ ਲੋਕਾਂ ਨੂੰ ਟੋਇਲਟਾਂ ਨੂੰ ਯੂਜ਼ ਕਰੋ ਅਤੇ ਚੰਗੀਆਂ ਸਿਹਤਮੰਦ ਦੀ ਭਰੀਆਂ ਆਦਤਾਂ ਪਾਓ। ਠੀਕ ਹੈ ਬੱਚਿਓ, ਬਾਕੀ ਜਿਹੜੀ ਐਕਸਰਸਾਈਜ਼ ਹੈ ਮੈਂ ਤੁਹਾਨੂੰ ਦੱਸ ਦਿੰਦਾ, ਉਹ ਸਾਰਿਆਂ ਨੇ ਤੁਸੀਂ ਖੁਦ ਕਰਨੀ ਹੈ। ਜਿਵੇਂ ਕਿ ਸੈਂਟੈਂਸ ਬਣਾਉਣਾ, ਇੱਥੇ ਲਿਖਿਆ ਹੈ ਪੌਂਡ ਛੱਪੜ ਸ਼ਬਦ ਦਾ ਪ੍ਰਯੋਗ ਕਰਕੇ ਇੱਕ ਵਾਕ ਬਣਾਓ। ਠੀਕ ਹੈ, ਛੱਪੜ ਸ਼ਬਦ ਦਾ ਕੀ ਹੋਏਗਾ ਕਿ ਪਾਲਾ ਐਂਡ ਬੀਰੋ ਲਿਵਡ ਨੀਅਰ ਦਾ ਪੌਂਡ। ਠੀਕ ਹੈ, ਕਾਲਮ। ਇਹ ਆਪਾਂ ਹੁਣ ਇੱਕ ਪਿੱਛੇ ਸੈਂਟੈਂਸ ਪੜ੍ਹ ਕੇ ਆਏ, ਤੁਸੀਂ ਇਹਨੂੰ ਵਰਤ ਲੈਣਾ, ਮੈਂ ਹੁਣ ਨਹੀਂ ਦੱਸਾਂਗਾ। ਬਿਲਡਿੰਗ, ਦੇਅਰ ਵਰ ਟਾਲ ਬਿਲਡਿੰਗਸ ਇਨ ਦਾ ਵਿਲੇਜ। ਪਿੰਡ ਦੇ ਵਿੱਚ ਉੱਚੀਆਂ ਉੱਚੀਆਂ ਇਮਾਰਤਾਂ ਸੀ। ਲਿਟਰ, ਮੈਨ ਹੈਜ਼ ਸਪਰੈਡ ਲਿਟਰ ਨੀਅਰ ਦਾ ਪੌਂਡ। ਬੰਦਿਆਂ ਨੇ ਗੰਦ ਪਾਤਾ ਹੈ। ਹੈਲਦੀ, ਹੈਲਦੀ, ਤੁਸੀਂ ਸਾਰੇ ਹੈਲਦੀ ਹੋ ਨਾ? ਵੀ ਆਰ ਆਲ ਹੈਲਦੀ, ਜਾਂ ਫਿਰ ਵੀ ਪ੍ਰੈਕਟਿਸ ਗੁੱਡ ਹੈਲਦੀ ਪ੍ਰੈਕਟਿਸਿਸ। ਇਹ ਸ਼ਬਦ ਔਖਾ, ਕੋਈ ਗੱਲ ਨਹੀਂ, ਮੈਨੂੰ ਲੱਗਦਾ ਤੁਹਾਨੂੰ ਸ਼ਬਦ ਪਤਾ ਲੱਗ ਗਿਆ। ਸਿਹਤਮੰਦ ਸ਼ਬਦ ਹੈ, ਤੁਸੀਂ ਇਹਨੂੰ ਬਣਾ ਲੈਣਾ, ਸ਼ਬਦ ਇਹਦੇ ਤੋਂ ਵਾਕ ਬਣਾ ਲੈਣਾ ਸਾਰੇ ਬੱਚੇ। ਠੀਕ ਹੈ ਬੱਚਿਓ, ਹੁਣ ਅੱਗੋਂ ਸਾਰਿਆਂ ਨੇ ਐਕਸਰਸਾਈਜ਼ਾਂ ਖੁਦ ਕਰਨੀਆਂ। ਜੇ ਕੋਈ ਵੀ ਦਿੱਕਤ ਆਵੇ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਸੈਕਸ਼ਨ 'ਚ ਦੱਸਿਓ ਮੈਨੂੰ, ਅਤੇ ਫਿਰ ਆਪਾਂ ਅੱਗੇ ਚੱਲਾਂਗੇ। ਠੀਕ ਹੈ, ਆਹ ਕੁਛ ਵੋਕੈਬਲਰੀ ਦਿੱਤੀ ਹੈ ਜੀ, ਇਹ ਮੈਨੂੰ ਲੱਗਦਾ ਸਾਰੇ ਬੱਚਿਆਂ ਨੂੰ ਪਤਾ ਹੋਏਗੀ। ਟੁੱਥ ਬਰੱਸ਼, ਟੁੱਥ ਬਰੱਸ਼ ਦਾ ਮਤਲਬ ਕੀ ਹੁੰਦਾ? ਬੁਰਸ਼। ਤੁਸੀਂ ਸਾਰੇ ਬੁਰਸ਼ ਕਹਿੰਦੇ ਹੋ ਨਾ ਉਹਨੂੰ, ਆਹ ਟੁੱਥ ਬਰੱਸ਼। ਠੀਕ ਹੈ ਜੀ, ਅਗਲਾ ਹੈਗਾ ਸੋਪ। ਸੋਪ ਤਾਂ ਕੋਈ ਨਹੀਂ ਕਹਿੰਦਾ, ਸਾਰਿਆਂ ਨੂੰ ਸਾਬਣ ਹੀ ਆਖਦੇ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਇਹ ਹੈਗਾ, ਇਹਨੂੰ ਸਾਰੇ ਤੋਲੀਆ ਆਖਦੇ ਨੇ। ਲੈ ਦੱਸ, ਇਹ ਹੈ ਕਿ ਜੀ, ਇਹ ਟਾਵਲ ਹੈ ਜੀ, ਟਾਵਲ, ਟਾਵਲ। ਠੀਕ ਹੈ, ਕੋਂਬ,
ਕੋਈ ਨਹੀਂ ਬੋਲਦਾ ਘਰਾਂ 'ਚ ਕੌਮ ਸਮਝਾ ਥੱਕ ਗਿਆ, ਪਰ ਅੱਗੇ ਤੋਂ ਤੁਸੀਂ ਬੋਲਿਆ ਕਰਨਾ। ਕੌਮ ਦਾ ਮਤਲਬ ਕਹਿੰਦਾ ਕੰਘੀ, ਠੀਕ ਹੈ ਬੱਚਿਓ, ਕੰਘੀ ਕੰਘੀ। ਲੈ ਨੇਲ ਕਟਰ, ਸ਼ੁਕਰ ਹੈ ਇਹ ਸਾਰਿਆਂ ਦੇ ਘਰੇ ਬੋਲਦੇ। ਨੇਲ ਕਟਰ ਕਿੱਥੇ? ਕੋਈ ਨਹੀਂ ਕਹਿੰਦਾ ਨੋ ਕਾਟੂ ਕਿੱਥੇ? ਕੀ ਬੋਲਦੇ ਨੇ? ਨੇਲ ਕਟਰ। ਟੰਗ ਕਲੀਨਰ, ਇਹ ਵੀ ਸਾਰੇ ਵਰਤਦੇ ਨੇ, ਸਾਰਿਆਂ ਨੂੰ ਆਉਂਦਾ ਟੰਗ ਕਲੀਨਰ ਦਾ ਮਤਲਬ। ਲੈ ਇਹ ਚੀਜ਼ ਦਾ ਮਤਲਬ ਹੁੰਦਾ ਰੁਮਾਲ। ਨਵਾਂ ਸ਼ਬਦ ਹੈ, ਜਾ ਕੇ ਮੁਹੱਲੇ 'ਚ ਕਿਸੇ ਨੂੰ ਦੱਸ ਦੇਣਾ, ਕਿਸੇ ਨੂੰ ਨਹੀਂ ਪਤਾ ਹੋਣਾ ਇਹਨੂੰ ਕੀ ਬੋਲਦੇ ਨੇ। ਹੈਂਕਰ, ਡੀ ਸਾਈਲੈਂਟ ਹੈ, ਡੀ ਬੋਲਣਾ ਨਹੀਂ। ਹੈਂਕਰ ਚੀਫ, ਹੈਂਕਰ ਚੀਫ ਇਕੱਠਾ ਬੋਲਾਂਗੇ ਤਾਂ ਹੈਂਕਰ ਚੀਫ। ਅਗਲਾ ਫੇਰ ਆ ਗਿਆ ਜੀ ਟੁੱਥਪੇਸਟ। ਟੁੱਥਪੇਸਟ ਕੌਣ ਬੋਲਦਾ? ਸਾਰੇ ਤਾਂ ਟੁੱਥ ਤਾਂ ਭੁੱਲ ਹੀ ਜਾਂਦੇ ਨੇ ਤਾਂ ਬੋਲਦੇ ਨੇ ਪੇਸਟ। ਠੀਕ ਹੈ ਬੱਚਿਓ, ਮੈਨੂੰ ਲੱਗਦਾ ਤੁਹਾਨੂੰ ਇਹ ਚੈਪਟਰ ਕਲੀਅਰ ਹੋ ਗਿਆ ਹੈ। ਚਲੋ ਬੱਚਿਓ, ਬਾਏ ਬਾਏ, ਸਾਰਿਆਂ ਨੂੰ ਮਿਲਦੇ ਹਾਂ ਅਗਲੇ ਚੈਪਟਰ 'ਚ।